2010 ਚੋਂ ਕੀ ਕਾਰਨ ਬਣਿਆ ਵੀ ਤੁਹਾਡੀਆਂ ਪੈਨਸ਼ਨਾਂ ਉੱਪਰ ਸਰਕਾਰ ਨੇ ਕੈਂਚੀ ਫੇਰਤੀ? ਸਵੇਰੇ ਮਨਪ੍ਰੀਤ ਬਾਦਲ ਤੱਕ ਵੀ ਗਏ। ਮੈਂ ਤਾਂ ਹੀ ਸਪੈਸ਼ਲੀ ਨਾਂ ਲਿੱਤਾ। ਫਾਈਨੈਂਸ ਮਿਨਿਸਟਰ ਦਾ ਬਹਾਨਾ ਸੀ ਵੀ ਪੈਸਾ ਹੈ ਨਹੀਂ। ਉਹ ਕਹਿੰਦਾ ਸਾਡੇ ਕੋਲ ਪੈਸਾ ਨਹੀਂ ਤੁਹਾਨੂੰ ਦੇਣ ਨੂੰ। ਖੇਤੀਬਾੜੀ ਵਿਕਾਸ ਬੈਂਕ ਦੀ ਬੋਰਡ ਦੀ ਜਿਹੜੀ ਮੀਟਿੰਗ ਹੈ ਇਹ ਗੋਆ ਦੀ 20 ਤੇ ਹੁੰਦੀ ਹੈ। ਬਿਲਕੁਲ ਠੀਕ ਹੈ। ਇਹ ਮਨਾਲੀ ਦੀਆਂ ਪਹਾੜੀਆਂ ਤੇ ਹੁੰਦੀ ਹੈ। ਇਹਦਾ ਮਤਲਬ ਮੀਟਿੰਗ ਗੋਆ ਹੋਣੀ, ਮਨਾਲੀ ਹੋਣੀ, ਉਹਦੇ ਲਈ ਪੈਸੇ ਸੀ। ਜਿਹੜੇ ਬੋਰਡ ਦੇ ਮੈਂਬਰ ਸੀ ਮਨਾਲੀ ਤੇ ਗੋਆ ਜਾ ਕੇ ਇਹਨਾਂ ਦੇ ਦਿਮਾਗ ਥੋੜਾ ਜ਼ਿਆਦਾ ਚੱਲਣ ਲੱਗ ਪੈਂਦੇ। ਉੱਥੋਂ ਦੀ ਕੀ ਹਵਾ ਸੀ ਇਹ? ਤੁਹਾਨੂੰ ਪਤਾ ਵੀ ਕੁੱਲੂ ਮਨਾਲੀ ਗੋਆ ਲੋਕ ਕਿਉਂ ਜਾਂਦੇ ਨੇ? ਅਸੀਂ ਇੰਨੀ ਜਲਦੀ ਮਰਨ ਵਾਲੇ ਨਹੀਂ ਸੀਗੇ ਜੀ। ਸਾਨੂੰ ਮਾਰਿਆ ਸ਼ਰਮ ਨੇ। ਜੋ ਬਾਪ ਸਾਰੀ ਉਮਰ ਐਂ ਕਰਦਾ ਰਿਹਾ, ਮੈਂ ਸਾਰੇ ਬਾਪਾਂ ਨੂੰ ਕਹਿੰਦਾ ਜਿਹੜੇ ਸੁਣਦੇ ਨੇ ਇਹ, ਜੋ ਐਂ ਕਰਦਾ ਰਿਹਾ, ਜਦ ਉਹਨੂੰ ਐਂ ਕਰਨਾ ਪੈਂਦਾ ਨਾ ਉਹ ਤਾਂ ਬਰਦਾਸ਼ਤ ਸ਼ੁਰੂ ਹੋ ਜਾਂਦਾ। ਜਦ ਸਾਡੀ ਪੈਨਸ਼ਨ ਬੰਦ ਕੀਤੀ ਉਦੋਂ 19 ਕਰੋੜ ਪ੍ਰੋਫਿਟ ਸੀ ਜੀ। ਲੇਕਿਨ 2017-18 ਚ ਪ੍ਰੋਫਿਟ ਪਤਾ ਕਿੰਨਾ ਸੀ? 8 ਕਰੋੜ 29 ਲੱਖ। ਓਕੇ, ਉਹ ਸਾਡੀ ਪੈਨਸ਼ਨ ਤੇ ਵੀ ਪੈਸੇ ਖਾ ਗਏ। ਸਾਰੇ ਪੰਜਾਬ ਦੇ ਮੁਲਾਜ਼ਮ ਇਹੀ ਦੋਸ਼ ਲਾਉਂਦੇ ਨੇ ਵੀ ਮਨਪ੍ਰੀਤ ਬਾਦਲ ਕਰਕੇ ਸਾਡਾ ਸੱਤਿਆਨਾਸ਼ ਹੋ ਗਿਆ। ਸਭ ਦੇ ਸੱਤਿਆਨਾਸ਼ ਹੋਇਆ, ਗਵਰਨਮੈਂਟ ਦਾ ਸੱਤਿਆਨਾਸ਼ ਹੋਇਆ। ਔਰ 7.5 ਸਾਲ ਹਾਈ ਕੋਰਟ ਜਿਹੜਾ ਕੇਸ ਚੱਲਿਆ, 12 ਸਾਲ ਬਾਅਦ ਕੇਸ ਜਿੱਤੇ ਆ। ਲੇਕਿਨ ਕਿਸੇ ਵੀ ਜੱਜ ਨੇ ਫੈਸਲਾ ਨਹੀਂ ਕੀਤਾ ਵੀ ਜਿਹਨੇ ਇੰਨੇ ਗੰਦੇ ਆਰਡਰ ਕੀਤੇ ਸੀ ਦੈਟ ਆਫੀਸਰ ਸ਼ੁੱਡ ਬੀ ਪਨਿਸ਼ਡ। ਮੈਂ ਚੈਲੰਜ ਕਰਦਾ, ਮੇਰੇ ਨਾਲ ਕਾਰ ਲੈ ਕੇ ਚੱਲੇ ਮੈਨੇਜਮੈਂਟ ਦਾ ਕੋਈ ਆਫੀਸਰ, ਮੈਂ ਲੋਕਾਂ ਦੇ ਘਰ ਦਿਖਾਵਾਂ, ਲੋਕਾਂ ਦੀ ਹਾਲਤ ਦਿਖਾਵਾਂ, 4-4 ਬੱਚੇ ਵਾਲਿਆਂ ਨੂੰ ਯਤੀਮ ਖਾਨਿਆਂ 'ਚ ਮਰਦੇ ਦਿਖਾਵਾਂ, ਚੰਗੀ ਜ਼ਮੀਨ ਜਾਇਦਾਦ ਵਾਲੇ ਮਾਂ-ਬਾਪ ਨੂੰ ਗੁਰਦੁਆਰਾ ਸਾਹਿਬ 'ਚ ਸੇਵਾ ਕਰਕੇ ਰੋਟੀ ਖਾਂਦੇ ਦਿਖਾਵਾਂ ਮੈਂ। ਜਦੋਂ ਪੈਨਸ਼ਨ ਹੀ ਬੰਦ ਹੋ ਗਈ ਫਿਰ ਤਾਂ ਕੋਈ ਅਕਲ ਕਰ ਲੈਂਦੇ। ਕਿਸੇ ਨੇ ਸਾਡੇ ਤਰਸ ਨਹੀਂ ਖਾਧਾ ਜੀ। ਬਿਠਾਓ ਮੈਨੂੰ ਕਿਸੇ ਅਫਸਰ ਨਾਲ, ਮੈਨੂੰ ਕਹਾਂ ਵੀ 2 ਮਹੀਨੇ ਤੈਨੂੰ ਤਨਖਾਹ ਨਹੀਂ ਮਿਲਣੀ ਭਾਈ, ਬਹਿ ਜਾ ਉੱਥੇ ਸਾਹਮਣੇ, ਚਾਹੇ ਤੂੰ ਆਈ ਅਫਸਰਾਂ ਦੀ 2 ਦਿਨ ਤਨਖਾਹ ਲੇਟ ਹੋ ਜੇ ਤੇ ਤੜਫਣ ਲੱਗ ਪੈਂਦੇ ਨੇ। ਸਾਡੇ ਨਾਲ ਮਜ਼ਾਕ ਕਰਦੇ ਸੀ ਜੀ। ਅਸੀਂ ਅੱਜ ਤੁਹਾਡੇ ਨਾਲ ਉਹ ਸਿਸਟਮ ਦੀ ਗੱਲ ਕਰ ਰਹੇ ਹਾਂ ਜਿਹੜਾ ਸਿਸਟਮ ਕਈ ਵਾਰੀ ਬੰਦਿਆਂ ਨੂੰ ਸੁਕਾ ਦਿੰਦਾ ਤੇ ਕਈ ਵਾਰੀ ਬੰਦਿਆਂ ਨੂੰ ਉਡੀਕ ਵਿੱਚ ਮਰਨ ਲਈ ਵੀ ਮਜਬੂਰ ਕਰ ਦਿੰਦਾ। ਗੱਲ ਕਰ ਰਹੇ ਹਾਂ ਇਨਸਾਫ ਦੀ, ਔਰ ਗੱਲ ਕਰ ਰਹੇ ਹਾਂ ਪੰਜਾਬ ਦੇ ਖੇਤੀਬਾੜੀ ਵਿਕਾਸ ਬੈਂਕ ਦੀ। ਸਾਲ 2010 ਦੀ ਗੱਲ ਹੈ। ਬੈਂਕ ਦੇ 1400 ਦੇ ਕਰੀਬ ਪੈਨਸ਼ਨਰਾਂ ਉੱਪਰ ਇੱਕ ਚਿੰਤਾ ਦੀ ਲਹਿਰ ਪੈਦਾ ਹੋਈ। ਬੈਂਕ ਨੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਤੇ ਕਟੌਤੀ ਲਾ ਦਿੱਤੀ, ਪੈਨਸ਼ਨਾਂ ਘਟਾਤੀਆਂ। ਤੇ ਜਦੋਂ ਪੈਨਸ਼ਨਰ ਫਿਰ ਹਾਈ ਕੋਰਟ ਗਏ ਤੇ ਉਸ ਤੋਂ ਬਾਅਦ ਏਦਾਂ ਦਾ ਦੌਰ ਚਲਾਇਆ, 2013 ਚ ਪੈਨਸ਼ਨਾਂ ਬੰਦ ਕਰ ਦਿੱਤੀਆਂ। 1400 ਪੈਨਸ਼ਨਰ ਤੇ ਉਹਨਾਂ ਦੀਆਂ ਫੈਮਲੀਆਂ ਕਿਹੜੇ ਦੌਰ ਚ ਗੁਜ਼ਰੀਆਂ ਹੋਣਗੀਆਂ ਜਦੋਂ ਉਹਨਾਂ ਦੇ ਖਾਤਿਆਂ ਵਿੱਚ ਪੈਨਸ਼ਨਾਂ ਪੈਣੀਆਂ ਬੰਦ ਹੋ ਗਈਆਂ। ਤੇ ਜਦੋਂ ਬੰਦ ਹੋਈਆਂ ਤੇ ਫਿਰ ਅਗਲੀ ਕਹਾਣੀ ਕਿਹੜੀ ਸੀ, ਇਹ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਜਿਨ੍ਹਾਂ ਨੇ ਹੰਢਾਈ ਹੈ। ਐਸ.ਕੇ. ਭਨੋਟ, ਉਸ ਬੈਂਕ ਦੇ ਪੈਨਸ਼ਨਰਾਂ ਦੇ ਲੀਡਰ ਤੇ ਹੋਰ ਇਹਨਾਂ ਦੀ ਟੀਮ, ਫਿਰ ਇਹਨਾਂ ਨੇ ਜਦੋਜਹਿਦ ਸ਼ੁਰੂ ਕੀਤੀ ਤੇ 10 ਸਾਲ ਦੌਰਾਨ ਇਹਨਾਂ ਨਾਲ ਕੀ ਬੀਤੀ ਇਹ ਆਪ ਹੀ ਦੱਸਣਗੇ। ਭਨੋਟ ਸਾਹਿਬ, ਸ਼ੁਰੂਆਤ ਇੱਥੋਂ ਕਰਦੇ ਹਾਂ। ਪਹਿਲਾਂ ਤਾਂ ਇਹ ਦੱਸੋ ਵੀ 2010 ਚੋਂ ਕੀ ਕਾਰਨ ਬਣਿਆ ਵੀ ਤੁਹਾਡੀਆਂ ਪੈਨਸ਼ਨਾਂ ਉੱਪਰ ਸਰਕਾਰ ਨੇ ਕੈਂਚੀ ਫੇਰਤੀ? ਸਰ, ਉਦੋਂ ਅਕਾਲੀਆਂ ਦੀ ਗਵਰਨਮੈਂਟ ਸੀ ਔਰ ਮਨਪ੍ਰੀਤ ਬਾਦਲ, ਮੈਂ ਸਪੈਸ਼ਲੀ ਨਾਂ ਲਵਾਂਗਾ, ਫਾਈਨੈਂਸ ਮਿਨਿਸਟਰ ਸੀ। ਸ਼ਾਇਦ ਉਹਨੇ ਫਾਈਨੈਂਸ ਦਾ ਕੋਈ ਭਲਾ ਨਹੀਂ ਕੀਤਾ ਕਦੇ ਵੀ। ਐਦਾਂ ਦੀ ਕੋਈ ਦਿੱਕਤ ਬੈਂਕ 'ਚ ਨਹੀਂ ਸੀ ਵੀ ਪੈਸੇ ਦੀ ਘਾਟ ਹੋਵੇ। ਤੁਹਾਨੂੰ ਮੈਂ ਫਾਈਨੈਂਸ਼ੀਅਲ ਰਿਪੋਰਟ ਸਾਰੀ ਦਊਂਗਾ ਥੋੜ੍ਹੀ ਦੇਰ ਨੂੰ, ਇਕੱਲੀ ਫਿਗਰ ਦੱਸੂਗਾ ਵੀ ਕੀ ਪ੍ਰੋਫਿਟ ਸੀ, ਕਿੱਥੇ ਕਿੱਥੇ ਅਸੀਂ ਖੜੇ ਸੀ। ਲੇਕਿਨ ਇਹਨਾਂ ਨੇ 2010 'ਚ ਸਾਡੀ ਪੈਨਸ਼ਨ 'ਚ 30-35% ਦਾ ਕੱਟ ਲਾਤਾ। ਅਸੀਂ ਹਾਈ ਕੋਰਟ ਚਲੇ ਗਏ ਵੀਰ ਜੀ,
ਵੀ ਸਾਡੀ ਪੈਨਸ਼ਨ ਘੱਟ ਨਹੀਂ ਕਰ ਸਕਦੇ, ਪੂਰੀ ਦਿੱਤੀ ਜਾਵੇ। 13 ਚ ਅਸੀਂ ਉਹ ਕੇਸ ਜਿੱਤ ਗਏ। ਹਾਈ ਕੋਰਟ ਚ ਜਾਣ ਤੋਂ ਪਹਿਲਾਂ ਕੋਈ ਫਰਿਆਦ ਵੀ ਕੀਤੀ ਸਰਕਾਰ ਬਹੁਤ ਕੋਲ? ਵਾਰ ਮਿਲੇ ਜੀ, ਬਹੁਤ ਵਾਰ ਮਿਲੇ। ਮਨਪ੍ਰੀਤ ਬਾਦਲ ਤੱਕ ਵੀ ਗਏ। ਮੈਂ ਤਾਂ ਹੀ ਸਪੈਸ਼ਲੀ ਨਾਂ ਲਿੱਤਾ, ਫਾਈਨੈਂਸ ਮਿਨਿਸਟਰ ਦਾ ਬਹਾਨਾ ਸੀ ਵੀ ਪੈਸਾ ਹੈ ਨਹੀਂ। ਉਹ ਕਹਿੰਦਾ ਸਾਡੇ ਕੋਲ ਪੈਸਾ ਹੈ ਨਹੀਂ ਤੁਹਾਨੂੰ ਦੇਣ ਨੂੰ। ਓਕੇ, ਵਾਪਸ ਆ ਗਏ ਜੀ, ਕੋਈ ਜ਼ੋਰ ਨਹੀਂ ਹੈ। ਅੱਜ ਕੱਲ੍ਹ ਦੇ ਨਏ ਸਿਸਟਮ ਦੇ ਮਹਾਰਾਜੇ ਨੇ, ਨੋ ਬੋਡੀ ਕੈਨ ਸੇ ਐਨੀਥਿੰਗ ਇਨ ਫਰੰਟ ਆਫ ਦੈਮ। ਕੁਛ ਨਹੀਂ ਕਰਦੇ। ਭਾਵੇਂ ਜਿੱਤੇ ਲੋਕਾਂ ਦੀਆਂ ਵੋਟਾਂ ਨਾ ਹੁੰਦੇ ਨੇ। ਕਿ ਜਿੱਤਣ ਵੇਲੇ ਤੇ ਮੈਂ ਤੁਹਾਨੂੰ ਅੱਗੇ ਕਹਾਣੀ ਸੁਣਾਉਣਾ ਜੀ। ਉਸ ਤੋਂ ਬਾਅਦ ਸਪੈਸ਼ਲੀ ਮਨਪ੍ਰੀਤ ਬਾਦਲ ਦੀ ਜਿੱਤਣ ਦੀ, ਅਸੀਂ 10 ਚ 13 ਸਾਡੇ ਹੱਕ 'ਚ ਫੈਸਲਾ ਹੋ ਗਿਆ ਵੀ ਪੂਰੀ ਪੈਨਸ਼ਨ ਦਿੱਤੀ ਜਾਵੇ। ਕਟੌਤੀ ਨਹੀਂ ਹੋ ਸਕਦੀ ਲੀਗਲੀ। ਦੇਰ ਇਜ਼ ਨੋ ਲਾ ਇਨ ਦੀ ਕਨਸਟੀਟਿਊਸ਼ਨ ਆਫ ਇੰਡੀਆ, ਦੇਰ ਇਜ਼ ਨੋ ਲਾ। ਅੱਜ ਤੱਕ ਕੋਈ ਕਾਨੂੰਨ ਨਹੀਂ ਵੀ ਕਟੌਤੀ ਕਰ ਸਕਦੇ ਪੈਨਸ਼ਨ। ਓਕੇ, ਅਸੀਂ ਖੁਸ਼ ਹੋ ਗਏ। ਆ ਕੇ ਅਸੀਂ ਕੋਰਟ 'ਚ ਆਪਣੇ ਬੈਂਕ ਜਮ੍ਹਾਂ ਕਰਾਤੇ, ਡਾਕੂਮੈਂਟ ਵੀ ਅਸੀਂ ਜਿੱਤ ਗਏ। ਓਕੇ, ਇਹ ਕਿਹੜੇ ਸਾਲ ਦੀ ਗੱਲ? ਇਹ 13 ਡੇਟ ਨਹੀਂ ਯਾਦ, ਮੈਂ ਕਿਹਾ ਮਈ ਦੀ ਗੱਲ ਹੈ ਅਪਰੋਕਸੀਮੇਟ, ਮਤਲਬ 2013 ਦੀ ਗੱਲ। ਹਾਂ ਜੀ ਜੀ ਜੀ। ਇਸ ਤੋਂ ਇਲਾਵਾ, ਇਸ ਤੋਂ ਪਹਿਲਾਂ ਕਿ ਸਾਨੂੰ ਪੈਨਸ਼ਨ ਪੂਰੀ ਦਿੰਦੇ, ਦੇ ਅਗੇਨ ਵੈਂਟ ਟੂ ਦੀ ਕੋਰਟ ਕਿ ਜੀ ਇਸ ਤਰ੍ਹਾਂ ਨੇ ਟੋਟਲ ਪੈਨਸ਼ਨ ਬੰਦ ਕਰਤੀ। ਓਕੇ, ਸਾਨੂੰ ਇੱਕ ਨਵੀਂ ਲੜਾਈ ਚ ਪਾਤਾ, ਸਾਨੂੰ ਨਵੇਂ ਵਕੀਲ ਕਰਨੇ ਪਏ। ਔਰ ਮੈਂ ਪਲੀਜ਼ ਸਰ ਤੁਹਾਡੇ ਸਾਹਮਣੇ ਇੱਕ ਬੜੀ ਐਡਮਿਟ ਕਰਾਂਗਾ ਗੱਲ ਨੂੰ ਕਿ ਸਾਡੇ 70% ਲੋਕ ਜਿਹੜੇ ਸੀ ਹੈਂਡ ਟੂ ਮਾਊਥ ਸੀ। ਸਾਡੇ ਕੋਲ ਰੋਟੀ ਖਾਣ ਨੂੰ ਵੀ ਪੈਸੇ ਨਹੀਂ ਸੀ। ਪੈਨਸ਼ਨ ਹੀ ਇੱਕ ਸਰੋਤ ਸੀ। ਪੈਨਸ਼ਨ ਇੱਕ ਸਰੋਤ ਸੀ। ਤੇ 70% ਇਸ ਕਰਕੇ ਕਹਿ ਰਹੇ ਕਿ 20-30% ਚੰਗੇ ਵੀ ਹੁੰਦੇ ਨੇ ਵਿੱਚ, ਮਾਂ-ਬਾਪ ਚੰਗੇ, ਜ਼ਮੀਨਾਂ ਚੰਗੀਆਂ, ਜੀ ਜੀ ਜੀ, ਜਾਂ ਉਹ ਕੋਈ ਬਿਜ਼ਨਸ ਕਰਦੇ ਸੀ ਉਹਨਾਂ ਦੇ ਬੱਚੇ। ਭਾਵੇਂ ਚੰਗੇ ਵੀ ਹੋਣ, ਪਰ ਇਹ ਤੇ ਰਾਈਟ ਸੀ ਨਾ। ਇਹ ਤਾਂ ਸਾਡਾ ਰਾਈਟ ਹੈ। ਅਸੀਂ ਕੁਝ ਚੰਦਾ ਇਕੱਠਾ ਕੀਤਾ, ਅਸੀਂ ਹਾਈ ਕੋਰਟ 'ਚ ਵਕੀਲ ਕੀਤੇ, ਔਰ 7.5 ਸਾਲ ਹਾਈ ਕੋਰਟ ਜਿਹੜਾ ਕੇਸ ਚੱਲਿਆ ਜੀ। 7 ਸਾਲ ਅਪਰੋਕਸੀਮੇਟਲੀ 7.5 ਸਾਲ ਕੇਸ ਚੱਲਿਆ, ਹਾਈ ਕੋਰਟ ਚੱਲਦਾ ਰਿਹਾ। ਹਾਈ ਕੋਰਟ ਚੱਲਦਾ ਰਿਹਾ। ਮੈਂ ਹੁਣ ਇਹ ਵੀ ਸਪਸ਼ਟ ਕਹਿ ਦਿੰਦਾ, ਮੈਂ ਫਿਰ ਇੱਕ ਗੱਲ ਬੜੀ ਰਿਪੀਟ ਕਰ ਦਿੰਦਾ, ਪਲੀਜ਼ ਬਾਰ-ਬਾਰ ਮੈਂ ਰਿਪੀਟ ਕਰਦਾ ਕਿ ਲੋਐਸਟ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅੱਜ ਤੱਕ ਪੈਨਸ਼ਨ ਦਾ ਕੇਸ ਕੋਈ ਬੰਦਾ ਨਹੀਂ ਹਾਰਿਆ ਜੀ। ਓਕੇ, ਕੋਈ ਰੈਫਰੈਂਸ ਹੀ ਨਹੀਂ ਗਾ ਇਦਾਂ ਦਾ। ਨਾਟ ਈਵਨ ਅ ਸਿੰਗਲ ਐਗਜ਼ਾਮਪਲ ਟਿਲ ਡੇਟ। ਫਿਰ ਸਰਕਾਰ ਕਿਉਂ ਲੜਦੀ ਰਹੀ? ਈਵਨ 9 ਬੈਂਚ ਦਾ ਫੈਸਲਾ ਹੈ ਸੁਪਰੀਮ ਕੋਰਟ ਦਾ, 9 ਬੈਂਚ ਦਾ ਫੈਸਲਾ ਹੈ ਵੀਰ ਜੀ। ਭਨੋਟ ਸਾਹਿਬ, ਤੁਹਾਨੂੰ ਪਤਾ ਸੀ, ਸਰਕਾਰ ਨੂੰ ਨਹੀਂ ਸੀ ਪਤਾ? ਪਤਾ ਸੀ ਜੀ। ਅਫਸੋਸ ਤਾਂ ਇਹ ਪਿੱਟੇ ਅਸੀਂ ਬੜਾ ਜਾ ਕੇ ਕਿਹਾ, ਐਮਡੀਆਂ ਨੂੰ ਬਥੇਰਾ ਕਿਹਾ, ਰਜਿਸਟਰਾਰ ਨੂੰ ਮਿਲੇ, ਫਾਈਨੈਂਸ਼ੀਅਲ ਕਮਿਸ਼ਨ ਕੋਆਪਰੇਸ਼ਨ ਨੂੰ ਮਿਲੇ, ਮਿਨਿਸਟਰ ਦਾ ਮੈਂ ਹਵਾਲਾ ਦੇ ਚੁੱਕਿਆ, ਮਿਲੇ ਵੀ ਯੂ ਕਾਂਟ ਸਟਾਪ ਥੀਸ ਪੈਨਸ਼ਨਸ, ਦੇयर ਇਜ਼ ਨੋ ਲਾ। ਪੈਸਾ ਹੈ ਨਹੀਂ ਜੀ, ਅਸੀਂ ਕਰੀਏ। ਅਸੀਂ ਤਾਂ ਪੈਸਾ ਹੈ ਨਹੀਂ ਸਾਡੇ ਕੋਲ, ਅਸੀਂ ਨਹੀਂ ਦੱਸਦੇ। ਇਹਨਾਂ ਦੀ ਆਪਣੇ ਲਈ ਬਹੁਤ ਪੈਸਾ ਸੀ, ਫਿਰ ਵੀ ਵਿੱਚੋਂ ਮੈਂ ਬਾਅਦ ਚ ਦਿਖਾਤਾ ਤੁਹਾਨੂੰ ਕਿ ਇਹਨਾਂ ਕੋਲ ਕਿੰਨਾ ਪੈਸੇ ਸਾਡਾ। ਸਾਨੂੰ ਮੈਨੂੰ ਯਾਦ ਕਰਾਤਾ, ਮੈਂ ਐਜ਼ ਰਿਪੋਰਟਰ ਉਦੋਂ ਸਟੋਰੀਆਂ ਕੀਤੀਆਂ ਸੀ, ਬਹੁਤ ਵਾਰ ਲਿਖਿਆ। ਖੇਤੀਬਾੜੀ ਵਿਕਾਸ ਬੈਂਕ ਦੀ ਬੋਰਡ ਦੀ ਜਿਹੜੀ ਮੀਟਿੰਗ ਹੈ, ਇਹ ਗੋਆ ਦੀ ਬੀਚ ਤੇ ਹੁੰਦੀ ਹੈ। ਬਿਲਕੁਲ ਠੀਕ ਹੈ। ਇਹ ਮਨਾਲੀ ਦੀਆਂ ਪਹਾੜੀਆਂ ਤੇ ਹੁੰਦੀ ਹੈ, ਤੇ ਉੱਥੇ ਪਾਰਟੀ ਦੇ ਵਿੱਚ ਕੀ ਖਾਧਾ ਪੀਤਾ ਜਾਂਦਾ ਸੀ, ਮੈਂ ਉਹ ਵੀ ਸਟੋਰੀਆਂ ਕੀਤੀਆਂ। ਮੈਨੂੰ ਯਾਦ ਹੈ। ਇਹਦਾ ਮਤਲਬ ਮੀਟਿੰਗ ਗੋਆ ਹੋਣੀ, ਮਨਾਲੀ ਹੋਣੀ, ਉਹਦੇ ਲਈ ਪੈਸੇ ਸੀ। ਫੋਰਨ ਟੂਰ ਲਾਣੇ ਡੈਲੀਗੇਟਸ ਨੂੰ ਲੈ ਕੇ ਲਰਨਿੰਗ ਲਈ। ਲਰਨਿੰਗ ਕਿੰਨੀ ਕਰਦੇ ਸੀ ਇਹ ਸਾਨੂੰ ਪਤਾ, ਕਿੰਨੇ ਅਕਲਮੰਦ ਸੀਗੇ। ਓਕੇ, ਨਹੀਂ ਮੈਂ ਫਿਰ ਉੱਥੇ ਹੀ ਆਉਣਾ ਚਾਹੁੰਦਾ, ਜਿਹੜੇ ਬੋਰਡ ਦੇ ਮੈਂਬਰ ਸੀ, ਮਨਾਲੀ ਤੇ ਗੋਆ ਜਾ ਕੇ ਇਹਨਾਂ ਦੇ ਦਿਮਾਗ ਥੋੜਾ ਜ਼ਿਆਦਾ ਚੱਲਣ ਲੱਗ ਪੈਂਦੇ, ਉੱਥੋਂ ਦੀ ਕੀ ਹਵਾ ਸੀ ਇਹ? ਮੈਂ ਜੀ ਦੇਖੋ ਹੁਣ ਆਪਾਂ ਨੈਟ ਤੇ ਬੈਠੇ ਆ, ਸੌਰੀ ਸਰ, ਤੁਹਾਨੂੰ ਪਤਾ ਵੀ ਕੁੱਲੂ ਮਨਾਲੀ ਗੋਆ ਲੋਕ ਕਿਉਂ ਜਾਂਦੇ ਨੇ, ਆਪਾਂ ਡਿਟੇਲ ਚ ਨਹੀਂ ਜਾਣਾ ਕਿਉਂਕਿ ਇਹਨਾਂ ਗੱਲਾਂ ਅੱਗੇ ਵਧਦੇ ਆ। ਇਹ ਗੱਲਾਂ ਦਾ ਸਭ ਨੂੰ, ਦੁਨੀਆ ਨੂੰ, ਸਾਰੀ ਦੁਨੀਆ ਨੂੰ ਪਤਾ ਵਾਟ ਇਜ਼ ਗੋਇੰਗ ਔਨ। ਓਕੇ, ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਜਦ ਦਿਨ ਕੋਈ ਲਾ ਹੀ ਨਹੀਂ ਹੈ, ਇੱਕ ਅਫਸਰ ਇੱਕ ਸੀਟ ਤੇ ਬੈਠ ਕੇ ਕਿੱਦਾਂ ਗਰਦਨ ਵੱਢ ਦਿੰਦਾ ਹੈ। ਅੱਜ ਅਸੀਂ 12 ਸਾਲ ਬਾਅਦ ਕੇਸ ਜਿੱਤੇ ਆ। ਹੁਣ ਨਹੀਂ, ਫਿਰ ਹੁਣ ਤੁਸੀਂ ਕੇਸ ਜਿੱਤ ਗਏ ਜੀ। ਮੈਂ ਅੱਜ 12 ਸਾਲ ਬਾਅਦ ਕੇਸ ਜਿੱਤੇ ਆ, ਲੇਕਿਨ ਕਿਸੇ ਵੀ ਜੱਜ ਨੇ ਫੈਸਲਾ ਨਹੀਂ ਕੀਤਾ ਵੀ ਜਿਹਨੇ ਇੰਨੇ ਗੰਦੇ ਆਰਡਰ ਕੀਤੇ ਸੀ, ਦੈਟ ਆਫੀਸਰ ਸ਼ੁੱਡ ਬੀ ਪਨਿਸ਼ਡ। ਓਕੇ ਓਕੇ, ਲਾ ਨੂੰ ਤੋੜਨਾ ਓਨਾ ਹੀ ਗੁਨਾਹ ਹੈ। ਸਾਨੂੰ ਤਾਂ ਸਜ਼ਾ ਮਿਲ ਗਈ 12 ਸਾਲ, ਸਾਡੀ ਬਹੁਤ ਵੱਡੀ ਸਜ਼ਾ। ਮੈਂ ਅੱਗੇ ਦੱਸੂ ਸਾਨੂੰ ਕੀ ਸਜ਼ਾ ਮਿਲੀ। ਲੇਕਿਨ ਜਿਨ੍ਹਾਂ ਅਫਸਰਾਂ ਨੇ ਕਲਮ ਚਲਾ ਕੇ ਪੈਨਸ਼ਨ ਬੰਦ ਕੀਤੀ, ਮੈਂ ਸਰ ਤੁਹਾਨੂੰ ਇੱਕ ਰਿਕੁਐਸਟ ਕਰਦਾ, ਉਹਨਾਂ ਅਫਸਰਾਂ ਚੋਂ ਕਿਸੇ ਵੀ ਅਫਸਰ ਨੂੰ ਸੁਪਰੀਮ ਕੋਰਟ ਤੱਕ ਪੁਆਇੰਟ ਆਊਟ ਨਹੀਂ ਕੀਤਾ ਗਿਆ ਕਿ ਕਿਹੜੇ ਲਾ ਦੇ ਤਹਿਤ ਤੂੰ ਪੈਨਸ਼ਨ ਬੰਦ ਕਰ ਸਕਦਾ ਸੀ। ਮੇ ਬੀ ਬੈਂਕ ਬੰਦ ਹੋ ਗਿਆ। ਸੁਪਰੀਮ ਕੋਰਟ, ਹਾਈ ਕੋਰਟ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਗਏ ਜੀ। ਮੈਂ ਦੱਸਦਾ ਜੀ, ਡਬਲ ਬੈਂਚ 7 ਸਾਲ ਦੇ ਕਰੀਬ ਲੱਗੇ, ਕੇਸ ਨਹੀਂ ਸੀ ਡਿਸਾਈਡ ਹੋ ਰਿਹਾ। ਦੋਨੋਂ ਵਕੀਲ, ਦੋਨੋਂ ਪਾਸੇ ਦੇ ਵਕੀਲ ਪਹਿਲਵਾਨ ਨੇ ਜੀ। ਕਈ ਵਾਰ ਡੇਟਾ ਲੈਂਦੇ ਰਹੇ ਰਲ ਕੇ, ਕਈ ਵਾਰ ਕੁਛ ਹੁੰਦਾ ਰਿਹਾ, ਕਈ ਵਾਰ ਕੁਛ ਹੁੰਦਾ ਰਿਹਾ, ਕਈ ਵਾਰ ਇੱਕ ਬਿਮਾਰ ਹੋ ਗਿਆ, ਕਈ ਵਾਰ ਦੂਜਾ ਬਿਮਾਰ ਹੋ ਗਿਆ। 7 ਸਾਲ ਬਾਅਦ ਅਖੀਰੀ
ਅਸੀਂ ਜਦ ਚਿੱਲਾ ਚਿੱਲੀ ਕੀਤੀ, ਮਿੰਨਤਾਂ ਕੀਤੀਆਂ ਜੱਜ ਸਾਹਿਬ ਦੀਆਂ, ਓਕੇ, ਤਾਂ ਜਾ ਕੇ ਕੇਸ ਡਿਸਾਈਡ ਹੋਇਆ ਪਰਸਨਲ ਲੈਵਲ ਤੇ। ਮੈਂ ਉੱਪਰ ਲਿਖਿਆ ਨੂੰ ਠੀਕ ਹੈ ਜੀ, ਠੀਕ ਹੈ ਸਾਨੂੰ ਕਹਿਣਾ ਪਿਆ ਜੀ ਸਾਡੇ ਇੰਨੇ ਬੰਦੇ ਮਰ ਗਏ, ਇੰਨੇ ਰਹਿ ਗਏ, ਮੈਂ ਤੁਹਾਨੂੰ ਫਿਗਰ ਅੱਗੇ ਦਊਂਗਾ ਸਾਰੀ ਮਰਿਆ ਦੀ ਜੀ। ਉਸ ਤੋਂ ਬਾਅਦ ਅਸੀਂ ਖੁਸ਼ੀਓ ਮੰਨ ਰਹੇ ਸੀ, ਅਜੇ ਸੋਚ ਹੀ ਰਹੇ ਸੀ ਕੱਲ ਨੂੰ ਪੈਨਸ਼ਨ ਮਿਲੂਗੀ। ਦੇ ਵੈਂਟ ਟੂ ਦਾ ਸੁਪਰੀਮ ਕੋਰਟ। ਓਕੇ, ਹਾਈ ਕੋਰਟ ਦੇ ਫੈਸਲੇ ਦਾ ਅਗੇਂਸਟ ਸੁਪਰੀਮ ਕੋਰਟ ਚਲੇ ਗਏ। ਸਰਕਾਰ ਚਲ ਗਈ। ਜਦ ਇੱਕ ਵੀ ਲਾ ਐਸਾ ਹੈ ਨਹੀਂ, ਮੈਂ ਫਿਰ ਕਹਿਣਾ ਵੀ ਪੈਨਸ਼ਨ ਬੰਦ ਹੋ ਸਕਦੀ ਹੈ। ਇਹ ਦੇ ਅਗੇਨ ਵੈਂਟ ਟੂ ਸੁਪਰੀਮ ਕੋਰਟ ਐਂਡ ਦੇ ਹਾਇਰਡ 5 ਐਡਵੋਕੇਟਸ ਆਫ ਅ ਵੈਰੀ ਬਿਗ ਰੇਟ। ਵਾਹ, ਅੱਛਾ। ਸਾਡੇ ਕੋਲ ਕੋਈ ਪੈਸਾ ਨਹੀਂ ਸੀ, ਮੈਂ ਸੀ ਇੱਕ ਬਹੁਤ ਹੀ ਤੇ ਤੁਹਾਡੀ ਤਾਂ ਪੈਨਸ਼ਨ ਬੰਦ ਸੀ, ਫਿਰ ਭਨੋਟ ਸਾਹਿਬ ਕਿਵੇਂ ਤੁਸੀਂ, ਕਿਉਂਕਿ ਸੁਪਰੀਮ ਕੋਰਟ ਤੇ ਵਕੀਲ ਹੀ ਬੜੇ ਮਹਿੰਗੇ ਮੈਂ ਦੱਸਦਾ ਜੀ, ਅਸੀਂ ਧੱਕੇ ਤੁੱਕੇ ਖਾ ਕੇ ਇੱਕ ਬਹੁਤ ਹੀ ਹਾਈਲੀ ਲਰਨਡ, ਬਹੁਤ ਹੀ ਟੌਪ ਦੇ, ਸ਼ਾਇਦ ਪਹਿਲੇ 10 ਰੈਂਕ ਚਾਹੁੰਦੇ ਨੇ, ਜਸਟਿਸ ਰਹਿ ਕੇ ਉਹਨਾਂ ਨੇ ਨੌਕਰੀ ਛੱਡੀ ਵੀ ਹੈ। ਅਸੀਂ ਉਹਨਾਂ ਦੇ ਘਰ ਗਏ, ਰਹਿੰਦੇ ਚੰਡੀਗੜ੍ਹ ਨੇ, ਪ੍ਰੈਕਟਿਸ ਉਹ ਦਿੱਲੀ ਕਰਦੇ ਨੇ, ਦਿੱਲੀ ਉਹਨਾਂ ਦੀ ਆਪਣੀ ਕੋਠੀ ਹੈ ਵਕੀਲ, ਠੀਕ ਹੈ, ਵਕੀਲ ਸਾਹਿਬ ਦੀ। ਉਹਨਾਂ ਕੋਲ ਗਏ ਤੇ ਉਹਨਾਂ ਨੂੰ ਕਿਹਾ ਵੀ ਜੀ ਸਾਡਾ ਕੇਸ ਹੈ, ਪਲੀਜ਼, ਸਾਡੇ ਕੋਲ ਪੈਸੇ ਹੈ ਨਹੀਂ ਦੇਣ ਨੂੰ। ਉਹ ਕਹਿੰਦੇ ਵੀ ਮੇਰੀ ਤਾਂ ਇੰਨੀ ਫੀਸ ਹੈ। ਮੈਂ ਕਿਹਾ ਜੀ ਅਸੀਂ ਨਹੀਂ ਦੇ ਸਕਦੇ, ਸਾਡੇ ਕੋਲ ਤਾਂ ਹੈ ਨਹੀਂ, ਸਾਡੇ ਕੋਲ ਤਾਂ ਫੁੱਲ ਹੈ, ਫੁੱਲ ਲੈਣੇ ਲੈ ਲਓ, ਆਸ਼ੀਰਵਾਦ ਲੈਣੇ ਤਾਂ ਲੈ ਲਓ। ਦੈਨ ਹੀ ਸੈਡ ਓਕੇ ਮਿਸਟਰ ਬਨੋਟ, ਆਈ ਵਿਲ ਨਾਟ ਟੇਕ ਐਨੀਥਿੰਗ ਫਰਮ ਯੂ। ਪਹਿਲਾਂ ਹੁਣ ਦੇ ਵੀ ਸ਼ਰਤ ਸੀ ਮੈਂ 1 ਲੱਖ ਰੁਪਏ ਇੱਕ ਪੇਸ਼ੀ ਦੇ ਲੂੰ। ਮੈਂ ਜੇ 20 ਪੇਸ਼ੀਆਂ ਪੈ ਗਈਆਂ ਅਸੀਂ ਤਾਂ ਬਰਬਾਦ ਹੋ ਜਾਣਗੇ ਜੀ, ਸਾਡੇ ਕੋਲ ਤਾਂ ਪਹਿਲੇ ਕੁਛ ਨਹੀਂ। ਅੱਧੀਆਂ ਪੇਸ਼ੀਆਂ ਤਾਂ ਅਸੀਂ ਕਵਾਂਗੇ ਪੈਸੇ ਹੀ ਆਉਂਦੇ ਵਿੱਚ ਹੀ ਅਟਕ ਓਨਲੀ 10% ਲੋਕ ਐਸੇ ਨੇ ਜਿਹੜੇ ਆਪਣੇ ਇੱਜ਼ਤ ਨਾਲ ਰੋਟੀ ਖਾ ਰਹੇ ਨੇ। ਨਹੀਂ, ਬਹੁਤ ਬੁਰਾ ਹਾਲ ਹੈ ਸਾਡੇ ਪੇਰੈਂਟਸ ਦਾ ਜੀ। ਉਹ ਬੰਦੇ ਨੇ ਸਾਡੀ ਬਾਹ ਫੜੀ ਜੀ, ਮੈਂ ਜਿੱਥੇ ਵੀ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦਾ, ਨਾ ਮੈਂ ਨਹੀਂ ਲੈਣਾ ਚਾਹੁੰਦਾ। ਅੱਛਾ, ਉਹ ਕਹਿੰਦਾ ਮੈਂ ਲੜੂੰਗਾ ਕੇਸ। ਮੈਂ ਕਹਿੰਦੇ ਤੁਹਾਡਾ ਕੇਸ ਇੱਕ ਪੇਸ਼ੀ ਪਵੇ, 1000 ਪੇਸ਼ੀਆਂ ਪੈਣ, ਤੁਹਾਡੇ ਹਾਲਾਤ ਦੇਖ ਕੇ ਜਦ ਤੱਕ ਕੇਸ ਤੁਹਾਡਾ ਜਿੱਤਦੇ ਨਹੀਂ ਮੈਂ ਫ੍ਰੀ ਕੇਸ ਲੜੂੰਗਾ। ਉਹਨਾਂ ਨਾਲ ਉਹਨਾਂ ਦੇ ਇੱਕ ਅਸਿਸਟੈਂਟ ਐਡਵੋਕੇਟ ਸੀ, ਹਾਈਲੀ ਲਰਨਡ, ਉਹ ਵੀ ਬਹੁਤ ਸਪੋਰਟ ਕਰਦੇ ਸੀ। ਓਕੇ, ਔਰ ਉਹਨਾਂ ਨੇ ਸਾਨੂੰ ਜਿਵੇਂ ਬਾਕੀ ਕੋਈ ਬੁੜੇ ਨੂੰ ਸੰਭਾਲਦਾ ਨਾ ਜੀ, ਬਜ਼ੁਰਗ ਆਏ ਨੇ, ਸਾਨੂੰ ਸ਼ਾਇਦ ਚਾਹ ਪਲਾ ਕੇ ਭੇਜਿਆ ਦਿੱਲੀ 'ਚ। ਸੱਤ ਉਹਨਾਂ ਨੇ ਬਹੁਤ ਹੀ ਨੋਮੀਨਲ ਖਰਚਾ ਲਿੱਤਾ, ਜਿਹੜਾ ਵੀ ਪੇਪਰਾਂ ਦਾ ਹੀ ਮੈਂ ਤਾਂ ਕਹੂੰਗਾ ਜੀ, ਮੈਂ ਜੋ ਸੁਪਰੀਮ ਕੋਰਟ ਦੇਖਿਆ ਸਿਰਫ ਪੇਪਰ ਦਾ ਖਰਚਾ ਲਿਆ, ਕੁਛ ਨਹੀਂ ਲਿਆ ਜੀ। ਐਸੇ ਇਨਸਾਨਾਂ ਨੂੰ ਮੈਂ ਕਹਿੰਦਾ ਬਹੁਤ ਉਮਰ ਲੱਗੇ ਔਰ ਬਹੁਤ ਟੌਪ ਦੇ ਐਡਵੋਕੇਟ ਬਣ, ਮੈਂ ਤਾਂ ਹੋਰ ਦੁਆ ਕਰਦਾ ਜੀ। ਉਹਨਾਂ ਨੇ ਸਾਡਾ ਕੇਸ ਲੜਿਆ ਜੀ ਸੁਪਰੀਮ ਕੋਰਟ ਸਰ। ਸੁਪਰੀਮ ਕੋਰਟ 'ਚ ਸਾਨੂੰ ਕੋਰਟ 'ਚ ਵੀ ਡੇਟਾ ਮਿਲੀਆਂ, ਕੁਝ ਕਰੋਨਾ ਕਰਕੇ ਗੜਬੜ ਹੋਈ, ਲੇਕਿਨ ਜਦ ਅਸੀਂ ਹਰ ਪੇਸ਼ੀ ਦੇ ਉੱਤੇ ਅਸੀਂ ਸੁਪਰੀਮ ਕੋਰਟ 'ਚ ਇੱਕ ਲਿਸਟ ਦਿੰਦੇ ਸੀ ਜੀ ਵੀ ਪਿਛਲੇ ਹਫਤੇ ਤੱਕ ਦੀ ਸਾਡੇ 300 ਮਰੇ ਸੀ, ਆ 10 ਹੋਰ ਐਡ ਹੋ ਗਏ ਜੀ। ਅਗਲੇ ਹਫਤੇ ਫਿਰ ਅਸੀਂ ਲਿਸਟ ਦਿੰਦੇ ਸੀ 4 ਹੋਰ ਮਰ ਗਏ ਜੀ, ਹੁਣ ਐਨੇ ਵੱਧ ਗਏ ਜੀ, ਹੁਣ ਜੀ ਐਨੇ ਵੱਧ ਗਏ। ਉਹ ਜੱਜ ਸਾਹਿਬ ਦੇ ਦਿਮਾਗ 'ਚ ਐਸਾ ਪਿਆ ਸਾਡੀ ਗਰੀਬਾਂ ਦੀ ਚੀਕਾਂ ਉਹਨਾਂ ਦੇ ਕੰਨਾਂ 'ਚ ਪਈਆਂ। ਉਹ ਲਗਾਤਾਰ ਹਰ ਹਫਤੇ ਹਰ ਵੀਰਵਾਰ ਨੂੰ ਡੇਟ ਦੇਣ ਲੱਗੇ। ਅੱਛਾ। ਔਰ ਆਰਡਰ ਵੀ ਕੀ ਕਰਦੇ ਸੀ ਕਿ ਵੀਰਵਾਰ ਨੂੰ 3 ਵਜੇ ਤੋਂ ਬਾਅਦ ਸਿਰਫ ਤੁਹਾਡਾ ਹੀ ਕੇਸ ਹੋਣਾ ਜੋ ਪੈਨਸ਼ਨ ਦਾ। ਵਾਹ, ਅੱਛਾ। ਜੋ ਵੀ ਕੋਈ ਜੱਜ ਸਾਫ ਹੈਗਾ, ਸਾਰੀ ਦੁਨੀਆ ਨੂੰ ਜੱਜਮੈਂਟ ਦਾ ਪਤਾ ਹੈ। ਮੈਂ ਉਹਨਾਂ ਜੱਜ ਸਾਹਿਬ ਨੂੰ ਵੀ ਪ੍ਰਣਾਮ ਕਰਦਾ ਜੀ, ਮੈਂ ਇਮੋਸ਼ਨਲ ਹੋ ਗਿਆ, ਮੈਂ ਉਹਨਾਂ ਨੂੰ ਵੀ ਪ੍ਰਣਾਮ ਕਰਦਾ। ਸਾਡੀ ਕੋਈ ਗਰੀਬਾਂ ਦੀ ਅਪਰੋਚ ਨਹੀਂ, ਕੋਈ ਕੁਛ ਨਹੀਂ, ਹਰ ਵੀਰਵਾਰ ਨੂੰ ਡੇਟ ਦਿੰਦੇ ਰਹੇ ਔਰ ਲਗਾਤਾਰ 8-9 ਵੀਰਵਾਰ ਨੂੰ ਡੇਟ ਦੇ ਕੇ ਹੁਣ ਕਰੋਨਾ ਜੇ ਥੋੜਾ ਘਟਿਆ ਸੀ ਤਾਂ ਸਾਡਾ ਕੇਸ ਡਿਸਾਈਡ ਹੋਇਆ। ਔਰ ਤੁਹਾਨੂੰ ਵੀ ਦੱਸਦੇ ਨੇ, ਥੋੜਾ ਖੁਸ਼ ਵੀ ਆਵੇ ਵਿੱਚ ਵੀ ਜਿੱਦਣ ਕੇਸ ਡਿਸਾਈਡ ਹੋਇਆ ਉਸ ਤੋਂ 10 ਦਿਨ ਬਾਅਦ ਫਿਰ ਲਾਕਡਾਊਨ ਲੱਗ ਗਏ। ਹੁਣ ਸਾਰੇ ਜੱਜ ਘਰਾਂ 'ਚੋਂ ਕੰਮ ਕਰ ਰਹੇ ਨੇ, ਉਹ ਵੀਡੀਓਗ੍ਰਾਫੀ ਰਾਹੀਂ ਕਰ ਰਹੇ ਨੇ, ਕੇਸ ਕੋਈ ਮਸ਼ਹੂਰ ਨਹੀਂ ਹੋ ਰਿਹਾ। ਲੇਕਿਨ ਸਾਡੇ ਟਾਈਮ ਸਾਡੇ ਜੱਜ ਸਾਹਿਬ ਨੇ, ਜਿਹੜਾ ਗਰੁੱਪ ਸੀ 2 ਜੱਜਾਂ ਦਾ, ਬਈ ਉਹਨਾਂ ਨੇ ਰੱਬਰ ਦੀ ਮਦਦ ਕੀਤੀ, ਪਰਸਨਲ ਮਦਦ ਕੀਤੀ। ਡਿਸੀਜਨ ਕੀ ਦਿੱਤਾ ਇਹ ਦੱਸੋ। ਉਹਨਾਂ ਡਿਸੀਜਨ ਇਹ ਦਿੱਤਾ ਜੀ ਕਿ ਸਭ ਨੂੰ ਪੈਨਸ਼ਨ ਲੱਗੂਗੀ। ਓਕੇ, ਸਭ ਨੂੰ ਪੈਨਸ਼ਨ ਦਿੱਤੀ ਜਾਵੇ। ਜਨਵਰੀ 2022 ਹੈ, ਜਨਵਰੀ 2022 ਦੀ ਪੈਨਸ਼ਨ ਇਮੀਡੀਏਟਲੀ ਪਾਈ ਜਾਵੇ। ਇਸ ਮਹੀਨੇ ਦੀ ਤੁਹਾਨੂੰ ਪੈਨਸ਼ਨ ਮਿਲੇਗੀ। ਓਕੇ, ਜਨਵਰੀ ਦੀ। ਔਰ 12 ਕਿਸ਼ਤਾਂ 'ਚ ਏਰੀਅਰ ਕਰਤਾ, ਜਿਹੜੀਆਂ ਪਿਛਲੀਆਂ ਇਹਨਾਂ ਨੇ ਨਹੀਂ ਦਿੱਤੀਆਂ। ਜੋ ਵੀ ਡਿਊ ਹੈ ਅਪ ਟੂ ਡੇਟ ਫਿਕਸ ਕਰਕੇ, ਜਿਹੜਾ 10 ਤੋਂ ਲੈ ਕੇ 12 ਤੱਕ ਬਣੂਗਾ। ਅਸੀਂ ਸੋਚਦੇ ਕਿਸੇ ਦਾ 40 ਲੱਖ ਬਣੂ, ਕਿਸੇ ਦਾ 50 ਲੱਖ ਬਣੂ, ਕਿਸੇ ਦਾ 30 ਲੱਖ ਬਣੂ, ਅਕੋਰਡਿੰਗ ਟੂ ਹਿਸ ਸਟੇਟਸ। ਕੁਝ ਬੈਂਕ ਨੇ ਤੁਹਾਨੂੰ ਦਿੱਤੇ ਵੀ ਸੀ ਪੈਸੇ, ਲਮਸਮ ਦੇ ਦਿੱਤੇ ਸੀ, ਉਹ ਕਿਵੇਂ? ਉਹ ਵਨ ਟਾਈਮ ਸੈਟਲਮੈਂਟ ਦਿੱਤੀ ਸੀ ਜੀ। ਉਹਦੇ 'ਚ ਤਾਂ ਹਾਈ ਕੋਰਟ ਨੇ ਬੜਾ ਸਖਤ ਲਿਖਿਆ ਸੀ ਵੀ ਤੁਸੀਂ ਇਹਨਾਂ ਤੋਂ ਪੁੱਛਿਆ ਹੀ ਨਹੀਂ, ਇਹਨਾਂ ਦੇ ਖਾਤੇ 'ਚ ਪਾਤੇ। ਅੱਛਾ, ਉਹ ਤੁਹਾਡੀ ਆਪਸ਼ਨ ਲਈ ਨਹੀਂ ਸੀ? ਨਾ ਜੀ ਨਾ, ਇਹਨਾਂ ਦੇ ਖਾਤੇ 'ਚ ਪਾਤੇ ਵੀ ਬਿਨਾਂ ਆਪਸ਼ਨ ਤੇ ਤੁਹਾਡੇ ਖਾਤਿਆਂ 'ਚ ਸੁੱਟ। ਬਿਲਕੁਲ। ਬਈ ਉਹ ਖਾਤਾ ਵੀ ਕੀ ਬਣਾਇਆ ਜੀ, ਵਨ ਟਾਈਮ ਸੈਟਲਮੈਂਟ ਦੀ ਕਹਾਣੀ ਸੁਣ ਲਓ। ਵਨ ਟਾਈਮ ਸੈਟਲਮੈਂਟ ਉਹਨਾਂ ਨੇ ਕੀ ਕੀਤੀ ਕਿ ਜੀ ਮੈਂ ਰਿਟਾਇਰ ਹੋਇਆ ਸੀ 2001 'ਚ। ਠੀਕ ਹੈ। 2001 ਤੋਂ ਲੈ ਕੇ 2010 ਤੱਕ ਮੰਨ ਲਓ ਮੈਂ 50,000 ਪੈਨਸ਼ਨ ਲੈ ਲਈ, ਮੈਂ ਐਗਜ਼ਾਮਪਲ ਦੇ ਰਿਹਾ, ਪੈਨਸ਼ਨ ਤਾਂ ਜ਼ਿਆਦਾ ਹੋ ਗਈ, ਲੇਕਿਨ ਮੇਰਾ ਹਜੇ ਪੈਨਸ਼ਨ 2000 ਰਹਿੰਦੀ ਹੈ। ਓਕੇ,
ਪੈਨਸ਼ਨ ਕਿੱਦਾਂ ਰਹਿੰਦੀ ਹੈ, ਪੀਐਫ ਨਾਲ ਕੰਪੇਅਰ ਕਰ ਲਿਆ ਵੀ ਦਾ ਪੀਐਫ ਕਿੰਨਾ ਬਣਿਆ ਸੀ। ਉਹ ਅੱਛਾ। ਵੀ ਪੀਐਫ ਦੇ ਮੁਤਾਬਿਕ 2000 ਪੀਐਫ ਰਹਿੰਦਾ ਹੈ, ਉਹ ਅੱਛਾ। ਉਹਨਾਂ ਨੇ 2000 ਉਹਦੇ ਖਾਤੇ 'ਚ ਪਾਤਾ। ਜਿਹੜਾ ਪੀਐਫ ਤੋਂ ਜ਼ਿਆਦਾ ਪੈਸਾ ਲੈ ਗਏ ਸੀ, ਜਿਹੜੇ ਬਹੁਤ ਪੁਰਾਣੇ ਰਿਟਾਇਰ ਹੋਏ ਸੀ 88, 89, 90, 92, 93, ਉਹਨਾਂ ਦੇ ਖਿਲਾਫ 15 ਲੱਖ 10 ਲੱਖ ਰੁਪਇਆ ਐਡਵਾਂਸ ਖੜਾ ਕਰਤਾ ਵੀ ਵੀ ਵਿਲ ਨਾਟ ਰਿਕਵਰ ਦਿਸ ਇਜ਼ ਐਡਵਾਂਸ ਵਿਚ ਯੂ ਹੈਵ ਟੇਕਨ। ਓਕੇ, ਦਿਸ ਇਜ਼ ਨਾਟ ਜਸਟੀਫਾਈਡ। ਵਾਟ ਇਜ਼ ਦਿਸ? ਇਹ ਹੈ ਕੀ ਕਾਨੂੰਨ? ਕੋਈ ਸੀਰੀਅਸਲੀ ਲੈਂਦਾ ਹੀ ਨਹੀਂ ਇਹਨੂੰ। ਜੱਜ ਇੱਧਰ ਨਹੀਂ ਜਾਂਦੇ, ਫੈਸਲਾ ਤਾਂ ਵਧੀਆ ਕਰਦੇ ਨੇ ਲੇਕਿਨ ਇੱਧਰ ਨਹੀਂ ਜਾਂਦੇ ਵੀ ਕੀ ਓਟੀਐਸ ਸੀਗੀ। ਓਟੀਐਸ ਹੁੰਦਾ ਮੈਨੂੰ ਐਕਸਟਰਾ ਬੈਨੀਫਿਟ ਦੇਤਾ। ਕੰਪੈਰੀਜ਼ਨ ਕੀ ਕੀਤਾ ਪੀਐਫ ਦਾ। ਠੀਕ ਹੈ। ਜਿੰਨਾ ਪੀਐਫ ਲੈ ਗਏ ਸੀ, ਜੇ ਤਾਂ ਉੱਤੋਂ ਲੈ ਗਏ ਤਾਂ ਰਿਕਵਰੀ, ਜੇ ਘੱਟ ਲੈ ਗਏ ਤਾਂ ਉਹਨੇ ਪੈਸੇ ਨਾਲ ਦੇ ਦਿਓ। ਓਕੇ। ਹੁਣ ਉਹਦੇ 'ਚ ਫੈਸਲਾ ਜੱਜ ਸਾਹਿਬ ਨੇ ਕੀਤਾ ਕਿ ਜਿੱਦਾਂ ਰਿਕਵਰੀ ਦਿਓਗੇ ਸਾਡੀ, ਉਹਦੇ ਉਹਦਾ ਓਟੀਐਸ ਦੇ ਪੈਸੇ ਕੱਟੀ ਜਾਓ। ਅੱਛਾ, 12 ਮਹੀਨੇ 'ਚ ਉਹ ਕੱਟ ਲਓ, 12 ਮਹੀਨੇ ਦੇਈ ਜਾਓ। ਜਿਹੜੇ ਸਰਕਾਰ ਦੇ ਤੁਸੀਂ ਦੇਣੇ ਉਹ ਵੀ 12 ਮਹੀਨੇ ਦੇ ਕੱਟੇ ਜਾਣਗੇ, ਜਿਹੜੇ ਸਰਕਾਰ ਤੋਂ ਲੈਣੇ ਉਹ ਵੀ ਕੱਟੇ ਜਾਣਗੇ, 12 ਮਹੀਨੇ ਦਿੱਤੇ ਜਾਣਗੇ। 12 ਮਹੀਨੇ ਦਾ ਮਤਲਬ 31 ਦਸੰਬਰ 2022 ਤੱਕ। ਹਾਂਜੀ, ਬਿਲਕੁਲ ਕਲੀਅਰ ਵਰਡਸ ਹੈ। ਤੁਹਾਡੀ ਤਸੱਲੀ ਹੈ ਇਹ ਫੈਸਲੇ ਤੋਂ? ਬਹੁਤ ਖੁਸ਼ ਹੈ ਜੀ ਅਸੀਂ ਤਾਂ। ਸਾਨੂੰ ਤਾਂ ਸਭ ਤੋਂ ਵੱਡੀ ਤਸੱਲੀ ਹੈ ਬ੍ਰਦਰ ਵੀ ਅਸੀਂ ਰੋਟੀ ਖਾਣ ਲੱਗ ਗਏ ਜਿਤਨਾ। ਪਰ ਜੋ ਪਤਾ ਲੱਗਾ ਵੀ ਵਿਛੋੜਾ ਬਹੁਤ ਦੇ ਗਏ ਤੁਹਾਡੇ। ਟੋਟਲ ਕਿੰਨੇ ਸੀ ਤੇ ਕਿੰਨੇ ਵਿਛੋੜਾ ਦੇ ਗਏ ਇਸ ਲੜਾਈ ਦਾ? ਸਾਡੇ 1400 EMPLOYE ਸੀ ਜੀ, ਪੈਨਸ਼ਨਰ ਸੌਰੀ ਜੀ, ਔਰ ਉਹਨਾਂ ਚੋਂ ਅਪਰੋਕਸੀਮੇਟਲੀ 600 ਦੇ ਕਰੀਬ ਮਰ ਗਏ। ਇਹ 10 ਸਾਲਾਂ ਦੌਰਾਨ? ਨਹੀਂ, ਫਿਗਰ ਤਾਂ ਪਿੱਛੋਂ ਹੀ ਲੈ ਰਹੇ ਹਾਂ ਮੈਂ, ਜਿੱਦਾਂ ਦਾ ਕੇਸ ਚੱਲਿਆ ਉਦੋਂ ਦੀ ਗੱਲ ਦੀ ਪੈਨਸ਼ਨ ਲੱਗੀ ਹੈ, ਬੰਦ ਹੋਣ ਤੋਂ ਬਾਅਦ ਨਹੀਂ। ਓਕੇ ਓਕੇ ਓਕੇ। 250 ਦੇ ਕਰੀਬ ਵਿਡੋਜ਼ ਪੈਨਸ਼ਨ ਲੈ ਰਹੀਆਂ ਸੀ ਜੀ। ਔਰ ਮੈਂ ਇਹ ਵੀ ਬੜੇ ਠੋਕ ਫਿਗਰ ਨਾਲ ਕਹਿ ਰਿਹਾ ਕਿ 70% ਤੋਂ ਉੱਪਰ ਸਾਡੇ EMPLOYE ਜਿਹੜੇ ਨੇ 75 ਤੋਂ ਲੈ ਕੇ 85 ਚ ਆ ਚੁੱਕੇ ਨੇ ਹੁਣ 10 ਸਾਲਾਂ ਚ। ਹੁਣ 85 ਵਾਲਾ ਬੰਦਾ ਕਿੰਨੇ ਸਾਲ ਜੀਊਗਾ? ਤੁਹਾਡੇ ਵੱਲੋਂ ਬਹੁਤੀ ਫਾਈਨੈਂਸ਼ੀਅਲੀ ਲਾਇਬਿਲਿਟੀ ਵੀ ਨਹੀਂ ਸਰਕਾਰ ਦੇ? ਲਾਇਬਿਲਿਟੀ ਸਾਡੀ ਹਰ ਸਾਲ 200 150 ਬੰਦੇ ਘਟਦੇ ਹੀ ਰਹਿਣੇ ਹੈ ਜੀ ਉਮਰ ਦੇ ਮੁਤਾਬਿਕ। ਲੇਕਿਨ ਇੱਕ ਹਊਆ ਬਣਾ ਲਿਆ, ਇੱਕ ਲੌਬੀ ਬਣਾ ਲਈ ਵੀ ਜੀ ਅਸੀਂ ਇਹਨਾਂ ਨੂੰ ਜੇ ਪੈਨਸ਼ਨ ਦਿੱਤੀ ਤਾਂ ਬੈਂਕ ਡੁੱਬ ਜੂ। ਮੈਂ ਇਹਨਾਂ ਨੂੰ ਚੈਲੰਜ ਕੀਤੀ ਜਾ ਕੇ ਮੀਟਿੰਗਾਂ ਕਰਕੇ ਕਿ ਸਾਡਾ 10 ਸਾਲ ਚ ਲਾਇਬਿਲਿਟੀ ਖਤਮ ਹੋ ਜਾਣੀ ਹੈ। ਬੜੀ ਮੁਸ਼ਕਿਲ ਤੁਹਾਡੇ ਕੋਲ ਜਿਹੜਾ ਹੈ 100-150 ਬੰਦਾ ਰਹਿ ਜੂ 10 ਸਾਲ ਬਾਅਦ, 15 ਸਾਲ ਬਾਅਦ। ਜਿਹੜੇ 1 ਅਪ੍ਰੈਲ 2004 ਤੋਂ ਹਾਂਜੀ ਭਰਤੀ ਹੋਏ ਉਹਨਾਂ ਨੂੰ ਤਾਂ ਪੈਨਸ਼ਨ ਮਿਲਦੀ, ਉਹਨਾਂ ਨੂੰ ਹੈ ਹੀ ਨਹੀਂ, ਉਹਨਾਂ ਨੂੰ ਕਹਾਣੀ ਹੈ ਨਹੀਂ ਕੋਈ, ਉਹਨਾਂ ਨੂੰ ਕਹਾਣੀ ਨਹੀਂ ਸੀ ਕੋਈ ਵੀ ਸਾਡੀ ਇਹਨੂੰ ਹਊਆ ਨਾ ਬਣਾਓ, ਸਾਡਾ ਫਿਗਰ ਕੈਲਕੂਲੇਟ ਕਰ ਲਓ, ਪਰ ਈਅਰ ਤੁਹਾਨੂੰ ਲਾਇਬਿਲਿਟੀ ਘਟਦੀ ਜਾਊਗੀ। ਲੇਕਿਨ ਕਿਸੇ ਨੇ ਨਹੀਂ ਸੁਣਿਆ ਜੀ, ਕਿਸੇ ਨੇ ਨਹੀਂ ਸੁਣਿਆ। ਇਸ ਪੁਆਇੰਟ ਦੇ ਉੱਤੇ ਸਾਡੇ ਨਾਲ ਬਹਿਸ ਕਰਦੇ ਸੀ ਲੇਕਿਨ ਮੰਨਦੇ ਨਹੀਂ ਸੀ। ਜਦ ਅਸੀਂ ਸੁਪਰੀਮ ਕੋਰਟ ਦੇ ਜਿੱਤ ਗਏ ਜੀ, ਹੁਣ ਅਸੀਂ ਕੇਸ ਜਿਹੜਾ ਦੇ ਰਹੇ ਹਾਂ, ਲੇਕਿਨ 600 ਬੰਦਿਆਂ 'ਚ ਵੀਰ ਜੀ ਮੈਂ ਚੈਲੰਜ ਕਰਦਾ, ਮੇਰੇ ਨਾਲ ਕਾਰ ਲੈ ਕੇ ਚੱਲੇ ਮੈਨੇਜਮੈਂਟ ਦਾ ਕੋਈ ਆਫਿਸਰ, ਮੈਂ ਲੋਕਾਂ ਦੇ ਘਰ ਦਿਖਾਵਾਂ, ਲੋਕਾਂ ਦੇ ਹਾਲਤ ਦਿਖਾਵਾਂ, 4 ਬੱਚੇ ਵਾਲਿਆਂ ਨੂੰ ਯਤੀਮ ਖਾਨਿਆਂ 'ਚ ਮਰਦੇ ਦਿਖਾਵਾਂ, ਚੰਗੀ ਜ਼ਮੀਨ ਜਾਇਦਾਦ ਵਾਲੇ ਮਾਂ-ਬਾਪ ਨੂੰ ਗੁਰਦੁਆਰਾ ਸਾਹਿਬ 'ਚ ਸੇਵਾ ਕਰਕੇ ਰੋਟੀ ਖਾਂਦੇ ਦਿਖਾਵਾਂ ਮੈਂ। ਜਦੋਂ ਪੈਨਸ਼ਨ ਹੀ ਬੰਦ ਹੋ ਗਈ ਫਿਰ ਤਾਂ ਕੋਈ ਅਕਲ ਕਰ ਲੈਂਦੇ। ਕਿਸੇ ਨੇ ਸਾਡੇ ਤਰਸ ਨਹੀਂ ਖਾਧਾ ਜੀ। ਮੈਂ ਸੁਪਰੀਮ ਕੋਰਟ ਤੱਕ ਪੁੱਛਦਾ ਜੀ, ਮੈਂ ਸਾਰੀ ਜੁਡੀਸ਼ਰੀ ਨੂੰ ਪੁੱਛਦਾ, ਸਾਰੀ ਗਵਰਨਮੈਂਟਸ ਨੂੰ ਪੁੱਛਦਾ, ਸੈਂਟਰਲ ਗਵਰਨਮੈਂਟ ਤੱਕ, ਵੈਨ ਪੈਨਸ਼ਨ ਇਜ਼ ਅ ਬਾਉਂਡਰੀ ਕੈਨ ਨਾਟ ਬੀ ਸਟਾਪਡ। ਜਿਨ੍ਹਾਂ ਅਫਸਰਾਂ ਨੇ ਆਰਡਰ ਕੀਤੇ ਕਿ ਉਹਨਾਂ ਤੇ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ। ਔਰ ਜਿਹੜੇ ਪੈਨਸ਼ਨਰ ਸੀ 10-11 ਸਾਲ ਜਿਹੜੀ ਤੁਸੀਂ ਇਹ ਫਾਈਟ ਲੜੀ ਬਿਨਾਂ ਪੈਨਸ਼ਨ ਤੋਂ, ਹੈ ਨਾ, ਉਹ ਜਿਹੜੀ ਹਰਾਸਮੈਂਟ ਹੋਈ, ਤਸ਼ੱਦਦ ਹੀ ਕਵਾਂਗੇ, ਮੈਂਟਲੀ ਤਸ਼ੱਦਦ ਹੋਇਆ, ਜ਼ੁਲਮ, ਇਸ ਤੋਂ ਵੱਡਾ ਜ਼ੁਲਮ ਕੀ ਹੋਊਗਾ ਜੀ ਮੈਂਟਲੀ। ਦਿਮਾਗ ਖਾਲੀ ਹੋ ਜਾਂਦਾ ਹੈ ਬ੍ਰਦਰ। ਤੁਸੀਂ ਮੈਂ ਕਹਿੰਦਾ ਬਿਠਾਓ ਮੈਨੂੰ ਕਿਸੇ ਅਫਸਰ ਨਾਲ, ਮੈਨੂੰ ਕਹਾਂ ਵੀ 2 ਮਹੀਨੇ ਤੈਨੂੰ ਤਨਖਾਹ ਨਹੀਂ ਮਿਲਣੀ ਭਾਈ, ਬਹਿ ਜਾ ਉੱਥੇ ਸਾਹਮਣੇ, ਚਾਹੇ ਤੂੰ ਅਫਸਰਾਂ ਦੀ 2 ਦਿਨ ਤਨਖਾਹ ਲੇਟ ਹੋ ਜੇ ਤੇ ਤੜਫਣ ਲੱਗ ਪੈਂਦੇ ਨੇ। ਸਾਡੇ ਨਾਲ ਮਜ਼ਾਕ ਕਰਦੇ ਸੀ ਜੀ, ਤੁਹਾਨੂੰ ਨਹੀਂ ਜੀ ਮਿਲ ਸਕਦੀ, ਬੈਂਕ ਥੋੜੀ ਸੀ ਬੰਦ ਕਰਨਾ ਜੀ। ਦੇਖੋ ਬ੍ਰਦਰ, ਮੈਂ ਇੱਕ ਚੈਲੰਜ ਕਰਦਾ ਫਿਰ ਪੰਜਾਬ ਗਵਰਨਮੈਂਟ ਨੂੰ, ਤੁਸੀਂ ਟੈਰਰਿਜ਼ਮ ਦਾ ਟਾਈਮ ਦੇਖਿਆ ਹੋਣਾ ਬ੍ਰਦਰ, ਅਸੀਂ ਟੈਰਰਿਜ਼ਮ ਦੇ ਟਾਈਮ 'ਚ ਵੀ ਟੌਪ ਦੀ ਰਿਕਵਰੀ ਕੀਤੀ, ਟੌਪ ਦੀ ਐਡਵਾਂਸਮੈਂਟ ਕਰਦੇ ਸੀ, ਮਤਲਬ ਬੈਂਕ ਦੀ ਪੂਰੀ ਸੇਵਾ ਕੀਤੀ। ਹੁਣ ਕੀ ਹੈ, ਹੁਣ ਨਵੇਂ ਬੰਦੇ ਆ ਗਏ ਪੜ੍ਹੇ ਲਿਖੇ, ਮੈਨੇਜਰਾਂ ਦੀਆਂ ਕੁਰਸੀਆਂ ਸੰਭਾਲ ਲਈਆਂ, GM DGM ਦੀਆਂ ਕੁਰਸੀਆਂ ਸੰਭਾਲ ਲਈਆਂ, ਪਿੰਡਾਂ ਬਾਰੇ ਵਾਕਫੀਅਤ ਨਹੀਂ, ਪਿੰਡਾਂ 'ਚ ਜਾਂਦੇ ਨਹੀਂ, ਪਿੰਡਾਂ ਦਾ ਪਤਾ ਨਹੀਂ, ਰਿਕਵਰੀ ਐਡਵਾਂਸਮੈਂਟ 'ਚ ਕੋਈ ਧਿਆਨ ਨਹੀਂ। ਇਹ ਤਾਂ ਸਾਡਾ ਕਸੂਰ ਨਹੀਂ ਨਾ, ਜੇ ਕੰਮ ਤੁਸੀਂ ਨਾ ਕਰੋ, ਪੈਨਸ਼ਨ ਸਾਡੀ ਬੰਦ ਕਰ ਦਿਓ, ਕਿਆ ਕਿਸੇ EMPLOYE ਦੀ ਪੈਨਸ਼ਨ ਤਨਖਾਹ ਬੰਦ ਕੀਤੀ? ਜਦੋਂ ਤੁਹਾਡੀ ਪੈਨਸ਼ਨ ਤੇ ਕੈਂਚੀ ਫੇਰੀ ਜਾਂ ਪੈਨਸ਼ਨ ਖਤਮ ਕੀਤੀ,
ਉਦੋਂ ਤਰਕ ਇਹ ਦਿੱਤਾ ਹੋਊਗਾ ਬੈਂਕ ਨੇ ਵੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਪੈਸੇ ਹੈ ਨਹੀਂ। ਤੇ ਫਿਰ ਹੁਣ ਪੈਸੇ ਕਿੱਥੋਂ ਆ ਗਏ ਜਦੋਂ ਹੁਣ ਦੇ ਰਹੇ ਆ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ, ਮੈਂ ਕੁਝ ਫਿਗਰਾਂ ਲੈ ਕੇ ਆਇਆ। ਓਕੇ। 2009-10 ਵਿੱਚ ਪ੍ਰੋਫਿਟ ਸੀਗਾ 27 ਕਰੋੜ। ਓਕੇ। 2010 ਚ ਸਾਡੀ ਪੈਨਸ਼ਨ ਕੀਤੀ, ਠੀਕ ਹੈ। ਬੰਦ। ਜਦੋਂ ਬੰਦ ਕੀਤੀ ਉਦੋਂ ਕਿੰਨਾ ਪ੍ਰੋਫਿਟ ਸੀ? ਉਦੋਂ ਜੀ 19 ਕਰੋੜ। ਤੇ ਤੁਹਾਡੀ ਐਨੂਅਲ ਕਿੰਨਾ ਕੁ ਖਰਚਾ ਹੈ ਪੈਨਸ਼ਨ ਦਾ? ਮੈਂ ਇੱਕ ਮਿੰਟ ਜੀ ਮੈਂ ਅੱਗੇ ਆਣਾ। ਜਦ ਸਾਡੀ ਪੈਨਸ਼ਨ ਬੰਦ ਕੀਤੀ ਉਦੋਂ 19 ਕਰੋੜ ਪ੍ਰੋਫਿਟ ਸੀ ਜੀ। ਲੇਕਿਨ 2017-18 ਚ ਪ੍ਰੋਫਿਟ ਪਤਾ ਕਿੰਨਾ ਸੀ? 8 ਕਰੋੜ 29 ਲੱਖ। ਓਕੇ। ਉਹ ਸਾਡੀ ਪੈਨਸ਼ਨ ਦੇ ਵੀ ਪੈਸੇ ਖਾ ਗਏ। ਫਿਰ ਵੀ ਘੱਟ, ਫਿਰ ਵੀ ਬੁਰੀ ਤਰ੍ਹਾਂ ਲਾਸ ਜਾ ਰਹੇ ਨੇ, ਹਰ ਮਹੀਨੇ ਲਾਸ ਜਾ ਰਹੇ ਸੀਗੇ, ਹਰ ਸਾਲ ਲਾਸ ਜਾ ਰਹੇ ਸੀਗੇ। ਓਕੇ। ਕਿਉਂ ਜੀ? ਹੁਣ ਸਾਡਾ ਕਸੂਰ ਹੈ। ਜੇ ਬੈਂਕ ਲਾਸ ਸੀਗਾ 38 ਕਰੋੜ ਰੁਪਏ ਦਾ ਬਿਲਡਿੰਗ ਐਕਸਪੈਂਡੀਚਰ ਹੈ ਜੀ ਪਿਛਲੇ 7 ਸਾਲ ਸਾਡੀ ਪੈਨਸ਼ਨ ਬੰਦ ਕਰਨ ਤੋਂ ਬਾਅਦ। 38 ਕਰੋੜ ਫਿਗਰ ਦੇਣਾ ਜੀ, ਮੈਂ ਬੈਂਕ ਦੀ ਫਿਗਰ ਹੈ, ਮੇਰੀ ਫਿਗਰ ਨਹੀਂ। ਦੂਜੇ ਪਾਸੇ ਆ ਜਾਓ। 2010 ਚ ਪੰਜਾਬ ਗਵਰਨਮੈਂਟ ਕੋਲ ਸਾਡੇ ਪੈਸੇ ਪਏ ਸੀ ਜੀ 153 ਕਰੋੜ। ਓਕੇ। ਜਿਹੜੇ ਅਸੀਂ ਪੰਜਾਬ ਗਵਰਨਮੈਂਟ ਤੋਂ ਲੈਣੇ ਆ, ਜਿਹੜੇ ਮਨਪ੍ਰੀਤ ਬਾਦਲ ਤੋਂ ਲੈਣੇ, ਮੈਂ ਉਹਦਾ ਨਾਮ ਬਾਰ-ਬਾਰ ਇਸ ਕਰਕੇ ਲੈ ਰਿਹਾ, ਹਰ ਬੋਰਡ ਚ ਉਹੀ ਫਾਈਨੈਂਸ ਮਿਨਿਸਟਰ ਹੈ। ਮੈਂ ਅੱਗੇ ਦੀ ਕਹਾਣੀ ਸੁਣਨਾ, ਤੁਹਾਨੂੰ ਡਰੂੰਗਾ ਨਹੀਂ। ਸਾਰੇ ਪੰਜਾਬ ਦੇ ਮੁਲਾਜ਼ਮ ਵੀ ਇਹੀ ਦੋਸ਼ ਲਾਉਂਦੇ ਨੇ ਵੀ ਮਨਪ੍ਰੀਤ ਬਾਦਲ ਕਰਕੇ ਸਾਡਾ ਸੱਤਿਆਨਾਸ਼ ਹੋ ਗਿਆ। ਸਭ ਦੇ ਸੱਤਿਆਨਾਸ਼ ਹੋਇਆ, ਗਵਰਨਮੈਂਟ ਦਾ ਸੱਤਿਆਨਾਸ਼ ਹੋਇਆ। ਹੁਣ 17 ਪਰ ਮਨਪ੍ਰੀਤ ਬਾਦਲ ਵੀ ਕੀ ਕਰੇ ਜੀ? ਉਹਨੇ ਤੇ ਜਿੰਨਾ ਕੁ ਉਹਦੇ ਕੋਲ ਬਜਟ ਹੈ, ਫੰਡ ਹੈ, ਉਹਦੇ ਮੁਤਾਬਕ ਉਹਨੇ ਡਿਸਟ੍ਰੀਬਿਊਟ ਕਰਨਾ ਨਾ। ਹੁਣ ਸਾਰਾ ਮੁਲਾਜ਼ਮ ਥੋੜਾ ਦੇ ਦੇਣਾ। ਮੈਂ ਪੁੱਛਦਾ ਜੀ, ਆਪਣੇ ਗਵਰਨਮੈਂਟ ਮੁਲਾਜ਼ਮਾਂ ਨੂੰ ਨਹੀਂ ਦੇ ਰਹੇ? ਅਸੀਂ ਤਾਂ ਉਹ ਤੋਂ ਫੰਡ ਨਹੀਂ ਮੰਗਦੇ। ਮੈਂ ਤਾਂ ਉਹ ਤੁਹਾਨੂੰ ਹੋਰ ਕਹਾਣੀ ਦੱਸ ਰਿਹਾ। ਮਤਲਬ ਤੁਸੀਂ ਤਾਂ ਉਹਨਾਂ ਕੋਲੋਂ ਲੈਣਾ, ਕਰਜ਼ਾਈ ਹੈ ਸਰਕਾਰ। ਮੈਂ ਦੱਸਦਾ, ਸਾਡਾ 153 ਕਰੋੜ ਰੁਪਇਆ 2010 ਚ ਪੰਜਾਬ ਗਵਰਨਮੈਂਟ ਕੋਲ ਸੀ। ਓਕੇ। 2017-18 ਚ ਪਤਾ ਕਿੰਨਾ ਸੀ ਸਰ? ਪਤਾ ਕਿੰਨਾ ਸੀ? 324.64 ਕਰੋੜ। ਯਾਨੀ ਇੱਧਰ ਤਾਂ ਵੱਧ ਗਿਆ ਦੁੱਗਣਾ। ਸਭ ਤੋਂ ਤਾਂ ਹੋਰ ਲੈ ਕੇ ਪੈਸੇ ਚਾਹੀਦੇ, ਸਾਡੀ ਪੈਨਸ਼ਨ ਨਹੀਂ ਚੱਲ ਸਕਦੀ ਸੀ ਜੇ ਪੈਸੇ ਵਾਪਸ ਕਰ ਦਿੰਦੇ ਸਾਡੇ। ਤੁਹਾਡਾ ਮਤਲਬ ਜਿਹੜਾ ਇੱਧਰ ਪ੍ਰੋਫਿਟ ਘਟਿਆ ਬੈਂਕ ਦਾ, ਉਹ ਇਹੀ ਹੈ ਵੀ ਇੱਥੋਂ ਕੱਢ ਕੇ ਸਰਕਾਰ ਲਈ ਜਾਂਦੀ ਸੀ। ਸਰਕਾਰ ਲਈ ਜਾਂਦੀ ਸੀ ਜਾਂ ਇਹਨਾਂ ਦੇ ਆਪਣੇ ਖਰਚੇ ਨਹੀਂ ਸੀ ਮੁੱਕ ਰਹੇ। ਹੁਣ ਮੈਂ ਤੁਹਾਨੂੰ ਵਾਹੀਕਲ ਐਕਸਪੈਂਡੀਚਰ ਦੱਸਦਾ ਜੀ। ਜਦ ਅਸੀਂ ਵਿੱਚ ਸੀਗੇ ਉਦੋਂ ਸੀਗਾ 73 ਲੱਖ। ਔਰ ਜਦ ਅਸੀਂ ਛੱਡ ਗਏ ਉਦੋਂ ਕਿਸੇ ਮਹੀਨੇ 49 ਲੱਖ, ਕਿਸੇ ਮਹੀਨੇ 50 ਲੱਖ, ਕਿਸੇ ਮਹੀਨੇ 47 ਲੱਖ, ਕਿਸੇ ਸਾਲ 55 ਲੱਖ, ਸਾਲ ਦਾ ਸੌਰੀ, ਕਿਸੇ ਮਹੀਨੇ 55 ਲੱਖ। ਕਿਉਂ ਜੀ? ਵਾਹੀਕਲ ਐਕਸਪੈਂਡੀਚਰ ਕਿਉਂ ਨਹੀਂ ਘਟਾਇਆ? ਜਦ ਸਟਾਫ ਹੀ ਘਟ ਗਿਆ, ਪੈਨਸ਼ਨ ਤੇ ਤੁਸੀਂ ਪੈਨਸ਼ਨ ਨੂੰ ਵੀ ਨਹੀਂ ਦੇ ਰਹੇ, ਇੱਧਰ ਤਾਂ ਕੱਟ ਲਾ ਦਿਓ। ਆਪਣੀ ਤੇ ਇਹਨਾਂ ਦੇ ਕਿਤੇ ਖਰਚੇ ਤੇ ਕੱਟ ਨਹੀਂ ਲੱਗਿਆ ਜੀ ਨਾ। ਐਸਟੈਬਲਿਸ਼ਮੈਂਟ ਸਾਡੇ ਟਾਈਮ 'ਚ 14 ਕਰੋੜ, ਸਾਡੇ ਟਾਈਮ 'ਚ ਸਾਡੀ ਪੈਨਸ਼ਨ ਪਾ ਕੇ 14 ਕਰੋੜ, ਹੁਣ ਹੈਗੀ 28 ਕਰੋੜ 17-18 ਨੂੰ। 14 ਦੂਣਾ 28, ਐਸਟੈਬਲਿਸ਼ਮੈਂਟ 28 ਕਰੋੜ ਹੋ ਰਿਹਾ, ਸਾਡੇ ਵਾਰੀ ਨੂੰ ਕੱਟ ਲੱਗ ਰਿਹਾ ਜੀ। मैं कहता कोई अफसर मेरे बैठता सी काबल, नहीं देंगे, हम नहीं देंगे आपको पेंशन, हम नहीं दे सकते, बैंक डूब जाएगा। हुण बैंक बचे हुए ने, जे मैं तुहानूं लेटेस्ट फाइनेंस रिपोर्ट दिखावां इन्हां दी रिकवरी दी, हुण बचे हुए ने। सानूं 12 साल तो पेंशन नहीं मिली, हुण बच गए, लॉस्ट ने। ਤੁਸੀਂ ਸਾਰੀ ਆਪਣੀ ਉਮਰ ਹੰਢਾ ਲਈ, ਤੁਸੀਂ ਯੂਨੀਅਨ ਦੇ ਲੀਡਰ ਰਹੇ ਜੇ ਸਾਰੀ ਉਮਰ। ਬਿਲਕੁਲ। ਇਹ ਜਿਹੜਾ 10 ਸਾਲ ਤੁਸੀਂ ਗੁਜ਼ਰਿਆ ਤੁਹਾਡੇ ਵਰਗੇ ਬਜ਼ੁਰਗ ਹੋਰ ਜਿਹੜੇ ਪੈਨਸ਼ਨਰ ਸੀ, ਇੱਕ ਦੂਜੇ ਨਾਲ ਦੁੱਖ ਸਾਂਝਾ ਕਰਦੇ ਸੀ, ਹਨਾ, ਉਹ ਕਿਵੇਂ ਨਿਕਲਿਆ? ਕੁਛ ਤੇ ਚਲੋ ਵਿਛੋੜਾ ਹੀ ਦੇ ਗਏ ਵਿਚਾਰੇ ਇਸ ਸਮੇਂ ਦੌਰਾਨ, ਕਿਉਂਕਿ ਪਹਿਲਾਂ ਵੀ ਤੁਸੀਂ ਇਹ ਕਹਿੰਦੇ ਹੁੰਦੇ ਸੀ ਵੀ ਸਾਡੇ ਕੋਲ ਤੇ ਇਲਾਜ ਕਰਾਉਣ ਲਈ ਸਾਡੇ ਬੰਦਿਆਂ ਕੋਲ ਪੈਸੇ ਨਹੀਂ ਗਏ, ਭਿਆਨਕ ਬਿਮਾਰੀਆਂ ਦੇ ਮਰੀਜ਼ ਸੀ। ਇਹ ਸਾਰੇ ਦੌਰ 'ਚ ਜੋ ਗੁਜ਼ਰਿਆ ਤੁਹਾਡੇ ਨਾਲ, ਤੇ ਜਦੋਂ ਤੁਸੀਂ ਸਿਸਟਮ ਨੂੰ ਦੇਖਦੇ ਜੇ ਤੇ ਕੀ ਮਹਿਸੂਸ ਹੁੰਦਾ? ਕੀ ਫਿਊਚਰ ਕੀ ਹੈ ਸਿਸਟਮ ਨੂੰ? ਮੈਂ ਦੇਖਦਾ ਜੀ ਬਈ ਸਿਸਟਮ ਦਾ ਹੀ ਕੰਮ ਹੈ, ਕੋਈ ਵੀ ਸਿਸਟਮ ਹੋਵੇ, ਮੈਨੂੰ ਕੋਈ ਡਰ ਨਹੀਂ ਹੈ, ਮੈਨੂੰ ਜੇਲ੍ਹ ਵੀ ਹੋ ਜਾਵੇ ਕੋਈ ਗੱਲ ਨਹੀਂ। ਸਿਸਟਮ ਨੋਇੰਗਲੀ ਅੱਖਾਂ ਬੰਦ ਰੱਖਦਾ। ਓਕੇ ਵੀ ਕੋਈ ਨਹੀਂ, 10-20 ਸਾਲ ਮਰ ਲੈਣ ਦੋ, ਫਿਰ ਫੈਸਲਾ ਦੇ ਦਾਂਗੇ, ਫਿਰ ਇਹਨਾਂ ਦੀ ਸੁਣ ਲੂ। ਮੈਂ ਮਨਪ੍ਰੀਤ ਬਾਦਲ ਦੀ ਐਗਜ਼ਾਮਪਲ ਦਿੰਦਾ। ਅਕਾਲੀ ਦਲ ਛੱਡ ਕੇ ਕਾਂਗਰਸ 'ਚ ਆ ਗਿਆ, ਕਾਂਗਰਸ 'ਚ ਆ ਕੇ ਬਠਿੰਡੇ ਤੋਂ ਲੜਿਆ। ਸਾਡੇ ਲੋਕਾਂ ਕੋਲ ਰਿਕਾਰਡਿੰਗ ਪਈ ਆ, ਰਿਕਾਰਡਿੰਗ ਪਿੰਡਾਂ 'ਚ, ਬਈ ਮੈਂ ਸਭ ਤੋਂ ਪਹਿਲਾਂ ਕੰਮ ਜਾ ਕੇ ਲੈਂਡ ਮੋਰੀ ਬੈਂਕ ਦੇ ਰਿਟਾਇਰੀ ਦੀ ਪੈਨਸ਼ਨ ਚਾਲੂ ਕਰਾਊਂਗਾ। ਤਾੜੀਆਂ ਖਾਂਦਾ ਸੀ, ਸਾਡੇ ਬੰਦੇ ਨਾਲ ਹੁੰਦੇ ਸੀ। ਪਿੰਡਾਂ ਸਾਡਾ ਅੱਜ ਵੀ ਰਸੂਖ ਹੈ। ਸ਼ਾਇਦ ਤੁਹਾਨੂੰ ਤਲੋਚਨ ਜੀ ਮੇਰੇ ਤੋਂ ਜ਼ਿਆਦਾ ਪਤਾ ਹੈ। ਕੋਆਪਰੇਟਿਵ ਮੂਵਮੈਂਟ 'ਚ ਜਿਹੜਾ ਬੜਿਆ ਉਹੀ ਜ਼ਿਆਦਾ MLA ਬਣਦੇ ਸੀ, ਮਿਨਿਸਟਰ ਬਣਦੇ ਸੀ। ਪੁਰਾਣੇ ਇਤਿਹਾਸ ਇਹੀ ਬੋਲਦਾ, ਜੇ ਕੱਢ ਕੇ ਦੇਖ ਲਓ, ਨਹੀਂ ਮੈਂ ਝੂਠਾ ਹੁੰਦਾ ਮੈਨੂੰ ਫੜ ਲਿਓ। ਦਿਸ ਵਾਜ਼ ਬੈਕਗਰਾਊਂਡ, ਕੋਆਪਰੇਟਿਵ ਵਾਜ਼ ਦੀ ਬੈਕਬੋਨ ਆਫ ਦੀ ਪੋਲੀਟੀਸ਼ੀਅਨਸ। ਲੇਕਿਨ ਜਿੱਦਣ ਜਿੱਤ ਗਿਆ, ਮਹੀਨੇ ਬਾਅਦ ਅਸੀਂ ਇਕੱਠੇ ਹੋ ਕੇ ਗਏ। 12 ਬੰਦੇ ਬਠਿੰਡੇ ਦੇ ਨਾਲ, ਕੋਈ ਯੂਥ ਦਾ ਪ੍ਰਧਾਨ, ਕੋਈ ਪਿੰਡਾਂ ਦੀ ਸੁਸਾਇਟੀਆਂ ਦਾ ਪ੍ਰਧਾਨ, ਕੋਈ ਪਿੰਡਾਂ ਦਾ ਕੁਛ। ਉਹ ਗਏ ਜਾ ਕੇ ਕਹਿੰਦਾ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ, ਮੈਂ ਨਹੀਂ ਤੁਹਾਡੀ ਹੈਲਪ ਕਰ ਸਕਦਾ, ਆਈ ਐਮ ਵੈਰੀ ਸੌਰੀ।
ਫਿਰ ਮਹੀਨੇ 2 ਹੋਏ ਸੀ ਜੁਆਇਨ ਕੀਤੇ ਗਵਰਨਮੈਂਟ ਨੂੰ। ਮੈਂ ਤਾਂ ਓਪਨਲੀ ਕਹਿੰਦਾ ਵੀ ਇਹ ਬੰਦਾ ਜਿੱਥੇ ਵੀ ਜਾਊਗਾ ਬਰਬਾਦ ਕਰੂਗਾ, ਇਹਨੇ ਸਭ ਨੂੰ ਬਰਬਾਦ ਕੀਤਾ। ਮੈਨੂੰ ਇਹਨਾਂ ਪਰਸਨਲ ਖੁੰਦਕ ਹੈ, ਮੈਨੂੰ ਮਾਰ ਦੇਵੇ ਗੋਲੀ ਕਰ ਲੂ, ਮੈਨੂੰ ਕੋਈ ਡਰ ਨਹੀਂ। ਚਲੋ ਗੋਲੀ ਤੇ ਕੀ ਮਾਰਨੀ ਆ, ਸਾਰਿਆਂ ਨੂੰ ਕਹਿਣ ਦਾ ਰਾਈਟ ਹੈ, ਹੱਕ ਆ ਸਾਰਿਆਂ ਨੂੰ। ਇਸ ਬੰਦੇ ਨੇ ਹਮੇਸ਼ਾ ਸਟੇਜ ਤੇ ਕੁਝ ਕਹਿ ਰਿਹਾ, ਕਿਤੇ ਕੁਝ ਕਹਿ ਰਿਹਾ। ਬਠਿੰਡੇ ਅਸੀਂ ਗੁਰਦੁਆਰਾ ਸਾਹਿਬ, ਸਾਡੇ ਇੱਕ ਸਾਥੀ ਦੀ ਮੌਤ ਹੋ ਗਈ, ਉੱਥੇ 200-300 ਇਕੱਠੇ ਹੋਏ ਸੀ, ਉੱਥੇ ਵੀ ਮੈਂ ਇਹੀ ਕਿਹਾ ਵੀ ਇਹ ਮਰਿਆ ਨਹੀਂ ਹੈ, ਦਿਸ ਇਜ਼ ਮਰਡਰ, ਛੁਪਿਆ ਹੋਇਆ ਕਤਲ ਹੈ ਇਹ। ਬਿਮਾਰੀ ਨਹੀਂ ਕਰਾਸਦਾ, ਮੈਡੀਕਲ ਨਹੀਂ ਮਿਲ ਰਿਹਾ, ਖਰਚਾ ਨਹੀਂ ਹੋ ਰਿਹਾ ਇਲਾਜ ਦਾ, ਬੱਚੇ ਦੇ ਨਹੀਂ ਰਹੇ, ਇਸ ਕਰਕੇ ਮਰਿਆ ਹੈ। ਲੇਕਿਨ ਸਾਡੀ ਕਿਸੇ ਨੇ ਨਹੀਂ ਸੁਣੀ ਜੀ। ਤੁਹਾਡਾ ਮਤਲਬ ਇਸ ਦੌਰ ਦੌਰਾਨ ਜਦੋਂ ਪੈਨਸ਼ਨ ਕੱਟੀ ਗਈ ਜਾਂ ਬੰਦ ਹੋਈ, ਜਿਹੜੇ ਪੈਨਸ਼ਨਰ ਬਿਮਾਰੀ ਕਰਕੇ ਮਰੇ ਨੇ, ਤੁਹਾਨੂੰ ਲੱਗਦਾ ਵੀ ਇਹ ਸਿਸਟਮ ਦੇ ਮਾਰੇ ਆ, ਉਹ ਕੁਦਰਤੀ ਮੌਤ ਨਹੀਂ ਮਰੇ? ਕੋਈ ਸਾਡਾ ਸਾਥੀ ਕੁਦਰਤੀ ਮੌਤ ਨਹੀਂ ਮਰਿਆ ਜੀ। ਮੈਂ ਬੈਠਾ ਤੁਹਾਡੇ ਕੋਲ 74 ਸਾਲ ਦਾ, 8 ਚ ਮੈਂ ਰਿਟਾਇਰ ਹੋਇਆ ਸੀ ਜੀ। ਮੈਂ ਹੁਣ ਵੀ ਤੁਹਾਨੂੰ ਬੰਦੇ ਮਿਲਾ ਦੇਣਾ ਜਿਨ੍ਹਾਂ ਦੇ ਬੱਚੇ ਰੋਟੀ ਦਿੰਦੇ ਨੇ ਇੱਜ਼ਤ ਨਾਲ, ਉਹ ਅੱਜ ਵੀ ਤਕੜੇ ਫਿਰਦੇ ਨੇ। ਠੀਕ ਹੈ। ਅਸੀਂ ਮਿਹਨਤਾਂ ਕੀਤੀਆਂ ਨੇ ਜੀ। ਅਸੀਂ ਪਿੰਡਾਂ 'ਚ ਜਾਂਦੇ ਸੀ, ਉੱਥੇ ਥੱਲੇ ਬੈਠ ਕੇ ਹੱਥ ਤੇ ਰੋਟੀ ਰੱਖ ਕੇ ਖਾ ਲਿਆ ਸੀ, ਭਾਈ ਲਿਆ ਵੀ ਰੋਟੀ ਖਾ। ਅਸੀਂ ਇੰਨੀ ਜਲਦੀ ਮਰਨ ਵਾਲੇ ਨਹੀਂ ਸੀਗੇ ਜੀ। ਸਾਨੂੰ ਮਾਰਿਆ ਸ਼ਰਮ ਨੇ। ਜੋ ਬਾਪ ਸਾਰੀ ਉਮਰ ਐਂ ਕਰਦਾ ਰਿਹਾ, ਮੈਂ ਸਾਰੇ ਬਾਪਾਂ ਨੂੰ ਕਹਿੰਦਾ ਜਿਹੜੇ ਸੁਣਦੇ ਨੇ ਇਹ, ਜੋ ਐਂ ਕਰਦਾ ਰਿਹਾ, ਜਦ ਉਹਨੂੰ ਐਂ ਕਰਨਾ ਪੈਂਦਾ ਨਾ, ਉਹ ਤਾਂ ਮਰਨਾ ਸ਼ੁਰੂ ਹੋ ਜਾਂਦਾ। ਜੇ ਬੱਚਾ ਤਾਂ ਐਂ ਕਰਦਾ ਨਾ ਜੀ, ਉਹ ਮਰਨਾ ਸ਼ੁਰੂ ਹੋ ਜਾਂਦਾ। ਜਿੱਦਾਂ ਮਰਜੀ ਵੱਡਾ ਬਾਪ ਹੋਵੇ, ਅਰਬਾਪਤੀ, ਕਿਸੇ ਨੇ ਸਾਡੇ ਤਰਸ ਨਹੀਂ ਖਾਦਾ ਜੀ। ਰੰਧਾਵੇ ਕੋਲ ਬੜੀ ਵਾਰ ਗਏ, ਜਿਹੜਾ ਹੁਣ ਸਾਡਾ ਕੋਆਪਰੇਸ਼ਨ ਮਿਨਿਸਟਰ, ਡਿਪਟੀ ਮਿਨਿਸਟਰ ਬਣਿਆ ਹੋਇਆ, ਸਾਫ਼ ਜਵਾਬ। ਅੱਛਾ ਜੀ। ਹਾਂ, ਕੈਸੇ ਆ ਗਏ, ਸੌਰੀ। ਅੱਛਾ, ਇਹਦੇ ਏਰੀਏ ਚੋਂ 100 ਬੰਦਾ ਗਿਆ, ਸਾਡਾ ਰਸੂਕ ਹੈ ਕਿ ਭਾਈ ਪੈਨਸ਼ਨ ਦੇ ਇਹਨਾਂ ਦੀ, ਕਰ ਲੈ ਸਮਝੌਤਾ ਬਾਹਰ ਬੈਠ ਕੇ, ਕੁਛ ਛੱਡ ਦੇਣਗੇ ਇਹ। ਓਕੇ, ਧੱਕੇ ਖਾ ਦੋ ਸੁਪਰੀਮ ਕੋਰਟ, ਸੌਰੀ। ਅੱਜ ਉਹਨਾਂ ਦਾ ਵੋਟ ਲੈਣ ਜਾਊਗਾ, ਜੇ ਇੱਕ ਵੀ ਪਾ ਗਿਆ ਤਾਂ ਮੈਨੂੰ ਕਹਿ ਦਿਓ। 100 ਬੰਦੇ ਜਿਨ੍ਹਾਂ ਨੇ ਸ਼ਾਇਦ ਚੰਦੇ ਵੀ ਦਿੱਤੇ ਨੇ, ਮੈਂ ਨਹੀਂ ਕਹਿਦਾ ਇਲੈਕਸ਼ਨ 'ਚ ਮਦਦ ਕੀਤੀ ਵੀ ਹੈ, ਉਹ ਬੰਦਿਆਂ ਨੇ ਵੀ ਉਹਨੇ ਟੋਟਲ ਨਾ ਕਰਤੀ। ਨਸ਼ਾ ਬਈ ਗਵਰਨਮੈਂਟ ਦਾ, ਅਸੀਂ ਕੀ ਕਰ ਸਕਦੇ। ਸੋ ਤੁਹਾਡਾ ਮਤਲਬ ਵੀ ਹੁਣ ਸੁਪਰੀਮ ਕੋਰਟ ਨੇ ਅਖੀਰ ਇਨਸਾਫ ਤੁਹਾਨੂੰ ਦਿੱਤਾ? ਹਾਂਜੀ, ਦਿੱਤਾ ਜੀ, ਬਿਲਕੁਲ, ਬਹੁਤ ਵਧੀਆ ਦਿੱਤਾ ਜੀ। ਮਤਲਬ ਵੀ ਇਹ ਕਹਿ ਸਕਦੇ ਆ ਵੀ ਜਿਹੜਾ ਮਨ ਟੁੱਟਿਆ ਸੀ ਤੁਹਾਡਾ, ਸਿਸਟਮ ਤੋਂ ਤੁਸੀਂ ਉਖੜੇ ਪਏ ਸੀ, ਕਿਤੇ ਤੁਹਾਨੂੰ ਹੁਣ ਆਸ ਬਣੀ ਵੀ ਭਾਰਤ ਵਿੱਚ ਕਿਤੇ ਇਨਸਾਫ ਵੀ ਹੈਗਾ? ਇਨਸਾਫ ਹੈ ਜੀ, ਪਰ ਇਨਸਾਫ ਲੇਟ ਬਹੁਤ ਹੈ। ਮੈਂ ਫਿਰ ਉਹੀ ਗੱਲ ਕਲੀਅਰ ਕਰਦਾ, ਇੱਕ ਚੀਜ਼ ਕ੍ਰਿਸਟਲ ਕਲੀਅਰ ਹੈ ਵੀ ਪੈਨਸ਼ਨ ਕੈਨ ਨਾਟ ਬੀ ਸਟਾਪ। ਸਿੰਗਲ ਬੈਂਚ ਜੇ ਅਸੀਂ ਜਿੱਤ ਗਏ, ਉਸ ਤੋਂ ਬਾਅਦ ਡਬਲ ਬੈਂਚ ਜਾਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਗਵਰਨਮੈਂਟ ਨੂੰ। ਵਾਈ, ਵਾਟ ਫॉर? ਅਗਰ ਡਬਲ ਬੈਂਚ 'ਚ ਮੰਨ ਲਓ ਅਸੀਂ ਕੇਸ ਹਾਰ ਜਾਂਦੇ, ਮੈਂ ਇੱਕ ਹੋਰ ਸਵਾਲ ਪੁੱਛਦਾ, ਸੁਪਰੀਮ ਕੋਰਟ ਨੂੰ ਪੁੱਛਦਾ, ਅਗਰ ਅਸੀਂ ਡਬਲ ਬੈਂਚ 'ਚ ਕੇਸ ਹਾਰ ਜਾਂਦੇ ਤਾਂ ਸਿੰਗਲ ਬੈਂਚ ਦੇ ਜੱਜ ਨੂੰ ਸਜ਼ਾ ਮਿਲਦੀ ਵੀ ਤੂੰ ਗਲਤ ਆਰਡਰ ਕੀਤੇ ਹੈ। ਕੀ ਕਲਰਕ ਨੂੰ ਇਹ ਬਖਸ਼ਦੇ ਨੇ ਜੇ ਉਹ ਤੋਂ ਗਲਤ ਕੰਮ ਹੋ ਜਾਏ? ਮੈਂ ਇੱਕ ਕਲਰਕ ਹਾਂ, ਮੇਰੇ ਤੋਂ ਇੱਕ ਫਾਈਲ ਗਲਤ ਪਾਸ ਹੋ ਗਈ ਕਿ ਮੈਨੂੰ ਬਖਸ਼ਦੇ ਨੇ, ਮੈਨੂੰ ਸਸਪੈਂਡ ਵੀ ਕਰਨਗੇ, ਡਿਸਮਿਸ ਵੀ ਕਰਨਗੇ, ਇਨਕਰੀਮੈਂਟ ਵੀ ਬੰਦ ਕਰਨਗੇ, ਇਨਕੁਆਇਰੀਆਂ ਬਿਠਾਉਣਗੇ। ਕੀ ਆਪਾਂ ਜੱਜ ਨੂੰ ਪੁੱਛਦੇ? ਨਹੀਂ ਪੁੱਛ ਸਕਦੇ ਅਸੀਂ, ਨਹੀਂ ਪੁੱਛਦੇ ਬ੍ਰਦਰ। ਮੈਂ ਸਿਰਫ ਸਵਾਲ ਇਹ ਕਰ ਰਿਹਾ ਵੀ ਜਦ ਇੱਕ ਗੱਲ ਕ੍ਰਿਸਟਲ ਕਲੀਅਰ ਸੀ, 9 ਬੈਂਚ ਦਾ ਫੈਸਲਾ, ਜਿਹਦੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਵੀ ਬੈਠਾ ਹੈ ਕਿ ਇਟਸ ਏ ਬਾਉਂਡਰੀ, ਦੇਣੀ ਪਊਗੀ ਪੈਨਸ਼ਨ, ਉਸ ਤੋਂ ਬਾਅਦ ਵੀ ਅਸੀਂ ਰੁਲਦੇ ਰਹੇ ਯਾਰ 12 ਸਾਲ। ਔਰ ਇਨਸਾਫ ਭਾਵੇਂ ਮਿਲ ਗਿਆ, ਪਰ ਜਿਨ੍ਹਾਂ ਨੇ 10 ਸਾਲ ਤੁਹਾਡੀ ਜ਼ਿੰਦਗੀ ਜਿਹੜੀ ਰੋਲ ਕੇ ਰੱਖੀ, ਉਹ ਅਧਿਕਾਰੀਆਂ ਤੇ ਕੋਈ ਕੁਐਸਚਨ ਨਹੀਂ। ਉਹਨਾਂ ਅਧਿਕਾਰੀਆਂ ਬਾਰੇ ਕਿਸੇ ਵੀ ਕੋਰਟ ਨੇ ਕੋਈ ਫੈਸਲਾ ਨਹੀਂ ਦਿੱਤਾ ਵੀ ਇਹ ਬੰਦਿਆਂ ਨੂੰ ਪਨਿਸ਼ ਕੀਤਾ ਜਾਵੇ। ਹਾਊ ਦੇ ਸਟਾਪਡ ਪੈਨਸ਼ਨ, ਕਿਹੜੇ ਕਾਨੂੰਨ ਨਾਲ ਇਹਨਾਂ ਨੇ ਬੰਦ ਕੀਤੀ ਸੀ? ਇਹਨਾਂ ਦੀ ਰਿਕਵਰੀ ਕੀਤੀ ਜਾਵੇ, ਇਹਨਾਂ ਦੀ ਤਨਖਾਹ ਚੋਂ, ਇਹਨਾਂ ਦੀ ਪੈਨਸ਼ਨ ਚੋਂ ਰਿਕਵਰ ਕੀਤਾ ਜਾਵੇ। ਅਸੀਂ ਡਿਮਾਂਡ ਕਰਾਂਗੇ, ਅਸੀਂ ਜਦੋਂ ਬਾਹਰ ਨਿਕਲ ਜਾਈਏ ਪੈਨਸ਼ਨ ਲੈ ਕੇ, ਵੀ ਵਿਲ ਗੋ ਟੂ ਦਾ ਕੋਰਟ ਵੀ ਜਿਹੜੇ ਮਰੇ ਨੇ ਉਹਨਾਂ ਦਾ ਮੁਆਵਜ਼ਾ ਇਹਨਾਂ ਦੀ ਪੈਨਸ਼ਨਾਂ ਚੋਂ ਕੱਟਿਆ ਜਾਵੇ। 12 ਸਾਲ ਤੋਂ ਮੈਡੀਕਲ ਨਹੀਂ ਮਿਲਿਆ ਲੋਕਾਂ ਦਾ ਜੀ, ਪਿਛਲੇ ਬਿੱਲ ਵੀ ਪੈਂਡਿੰਗ ਨੇ, ਨਵੇਂ ਬਿੱਲਾਂ ਦਾ ਕੋਈ ਅੰਤ ਨਹੀਂ ਜਿਹੜੇ ਬਣ ਗਏ ਨੇ ਲੋਕਾਂ ਦੇ। ਯਾਰ ਅਸੀਂ ਗੋਲੀਆਂ ਨਾਲ ਜੀ ਰਹੇ ਹਾਂ ਇਸ ਉਮਰ 'ਚ। ਤੁਹਾਡੇ ਕੋਲ ਕੋਟ ਪਾ ਕੇ ਬੈਠਾ, ਪਤਾ ਨਹੀਂ ਮੈਂ ਸ਼ਾਇਦ ਮੰਗ ਕੇ ਲਿਆਇਆ ਮੈਂ, ਨੋਬਡੀ ਨੋਜ਼ ਇਟ। ਲੇਕਿਨ ਸਿਸਟਮ ਤਾਂ ਇਹ ਕਹਿੰਦਾ ਵੀ ਜਦ ਤੱਕ ਮੇਰੀ ਜੇਬ 'ਚ ਪੈਸੇ ਨੇ ਮੈਂ ਉਦੋਂ ਹੀ ਖੁਸ਼ ਹਾਂ ਨਾ ਜੀ। ਤੁਸੀਂ ਮੈਨੂੰ ਗਿਫਟ ਦੇ ਦਿਓ ਤੇ ਮੈਂ ਕੋਟ ਪਾ ਕੇ ਆ ਗਿਆ, ਦੈਟ ਇਜ਼ ਅ ਡਿਫਰੈਂਟ ਥਿੰਗ। ਸਾਡਾ ਦਰਦ ਕਿਸੇ ਨੇ ਨਹੀਂ ਮੰਨਿਆ ਜੀ। ਹੁਣ ਵੀ ਕੀ ਹੋ ਰਿਹਾ, ਹੁਣ ਬੈਂਕ ਜੀ ਇੱਕ ਨਵਾਂ ਸ਼ੋਸ਼ਾ ਉਡਾਤਾ ਕਿ ਜੀ ਇਹ ਪੈਨਸ਼ਨ ਲੈ ਜਾਣਗੇ, ਤੁਹਾਡਾ ਫਿਊਚਰ ਮਰ ਜੂ, ਤੁਹਾਡੀਆਂ ਤਨਖਾਹਾਂ ਨਹੀਂ ਮਿਲਣੀਆਂ ਜੀ, ਤੁਹਾਨੂੰ PF ਨਹੀਂ ਮਿਲਣਾ ਜੀ, ਤੁਸੀਂ ਰੁਲ ਜਾਓਗੇ ਜੀ। ਵਾਟ ਏ ਲੌਜਿਕ ਦਿਸ ਇਜ਼? ਕੀ ਲੌਜਿਕ ਹੈ ਜੀ ਇਹ? ਤੁਸੀਂ ਤਾਂ ਜਦ ਮਰੋਗੇ ਇਸ ਤਾਂ ਮਰੇ ਹੋਏ ਸੀ ਪਹਿਲਾਂ ਹੀ। ਅਸੀਂ ਤਾਂ ਮਰ ਚੁੱਕੇ ਹਾਂ ਯਾਰ, 50% ਮਰ ਚੁੱਕੇ ਹਾਂ ਅਸੀਂ, 40% ਅਸੀਂ ਤਾਂ ਪਹਿਲਾਂ ਹੀ ਮਰੇ ਹੋਏ ਹਾਂ। ਮਤਲਬ ਮੈਂ ਤੁਹਾਨੂੰ ਕੀ ਦੱਸਾਂ ਵੀ ਹਜੇ ਵੀ
ਕੁਝ ਗੁੰਮਰਾਹ ਸਾਥੀ ਨਹੀਂ ਸਾਨੂੰ ਸਪੋਰਟ ਕਰ ਰਹੇ। ਸਾਡੇ ਹੀ ਬੈਂਕ ਦੇ ਜਿਹੜੇ ਕੋਈ ਸਾਡੇ ਕੋਲ ਕਲਰਕ ਸੀ ਜਾਂ ਕੋਈ ਡਾਇਰੈਕਟ ਮੈਨੇਜਰ ਆ ਗਿਆ ਜਾਂ ਕਿੱਦਾਂ ਆ ਗਿਆ ਜਾਂ ਡਾਇਰੈਕਟ ਆ ਕੇ GM DGM AMD ਬਣਨ ਨੂੰ ਫਿਰਦੇ ਨੇ, ਉਹਨਾਂ ਨੇ ਸਾਨੂੰ ਕਿਤੇ ਬਾਹ ਨਹੀਂ ਫੜੀ। ਸੋ ਤੁਸੀਂ ਭਨੋਟ ਸਾਹਿਬ ਨੂੰ ਸੁਣਿਆ, ਔਰ ਗੱਲ ਭਨੋਟ ਸਾਹਿਬ ਦੀ ਨਹੀਂ, ਗੱਲ 1400 ਖੇਤੀਬਾੜੀ ਵਿਕਾਸ ਬੈਂਕ ਦੇ ਪੈਨਸ਼ਨਰ ਦੀ ਨਹੀਂ। ਗੱਲ ਇਹ ਨਹੀਂ ਵੀ ਪੈਨਸ਼ਨ ਬੰਦ ਹੋਈ ਕਿਉਂ ਹੋਈ, ਗੱਲ ਸਿਸਟਮ ਦੀ ਹੈ। ਜਿਵੇਂ ਭਨੋਟ ਸਾਹਿਬ ਨੇ ਗੱਲ ਦੱਸੀ ਹੈ ਵੀ ਜਦੋਂ ਕਿਤੇ ਕੋਈ ਲਾ ਕੋਈ ਨਿਯਮ ਨਹੀਂ ਸੀ, ਉਹ ਸੁਪਰੀਮ ਕੋਰਟ ਦੇ ਵਾਰ-ਵਾਰ ਇਹ ਫੈਸਲੇ ਆ ਚੁੱਕੇ ਸੀ, ਇਹ ਰਿਕਾਰਡ ਤੇ ਸਨ ਵੀ ਕਿਸੇ ਵੀ ਮੁਲਾਜ਼ਮ ਦੀ ਪੈਨਸ਼ਨ ਜਿਹੜੀ ਚੱਲਦੀ ਉਹਨੂੰ ਕੈਂਚੀ ਨਹੀਂ ਫੇਰੀ ਜਾ ਸਕਦੀ ਜਾਂ ਉਹਨੂੰ ਬੰਦ ਨਹੀਂ ਕੀਤਾ ਜਾ ਸਕਦਾ। ਫਿਰ ਉਹ ਬੰਦ ਕਿਉਂ ਕੀਤੀ? ਤੇ ਜਦੋਂ ਅਖੀਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਨਸਾਫ ਦਿੱਤਾ, ਉਸ ਇਨਸਾਫ ਨਾਲ ਉਹ ਜ਼ਿੰਦਗੀ ਅਗਲੀ ਚੰਗੀ ਜੀਉ ਸਕਣਗੇ, ਇਹਦੇ ਲਈ ਤੇ ਉਹ ਧੰਨਵਾਦ ਕਰਦੇ ਨੇ। ਪਰ ਸਵਾਲ ਫਿਰ ਖੜਾ ਹੁੰਦਾ ਵੀ ਜਿਹੜੀ 10 ਸਾਲ 1400 ਪੈਨਸ਼ਨਰਾਂ ਦੀ ਜ਼ਿੰਦਗੀ ਪਰੇਸ਼ਾਨੀਆਂ ਨਾਲ ਭਰੀ, ਮੌਤਾਂ ਨਾਲ ਭਰੀ, ਬਿਮਾਰੀਆਂ ਨਾਲ ਭਰੀ, ਉਹਦਾ ਕੌਣ ਜ਼ਿੰਮੇਵਾਰ ਆ? ਉਹਦਾ ਹਿਸਾਬ ਕਿਤਾਬ ਕੌਣ ਲਊਗਾ?